हाँ, शाह साहब उधर ना उनका कोई पंगा वगैरह था, वो बनी कोई ये ना सुलह वगैरह की बात कर रहे थे भीड़ के साथ, इनकी कोई एक दो दिन पहले भी बातचीत हुई है। तो आज फिर दिल ने कहा कि यार मुसलमान को गाली देना कहाँ पे लिखा है। वो उसी टाइम वो गाली वाले हैं, वो उसी टाइम फतवे लगाते हैं, ये फलाना कहा दिया नहीं, ये फलाना कहा दिया नहीं, ये फलाना मर्द ये फलाना ये है, वो उसी टाइम फतवे लगाते हैं। तो दिल ने उस टाइम पे जाकर उनसे पूछा, उन्होंने दिल को गाली दी है सर। अगर दिल ने कोई गल मिस की इजाजत नहीं दा। असल च मैं ਤੁਹਾਨੂੰ ਇੱਕ ਗੱਲ ਦੱਸਣਾ। ਰੌਲਾ ਵਿੱਚ ਹੁਣ ਇੰਜ ਦਾ ਪਿਆ, ਕਾਦੀਆਨੀ ਜਿਹੜੀ ਕੌਮ ਹੈ ਨਾ ਜੀ, ਉਹ ਬੜੀ ਸਾਜ਼ਿਸ਼ੀ ਕੌਮ ਹੈ। ਕਾਦੀਆਨੀਅਤ ਦੀ ਸਾਜ਼ਿਸ਼ ਨੂੰ ਅਗਰ ਤੁਸੀਂ ਸਮਝ ਗਏ ਤੇ ਸਾਰੇ ਮਸਲੇ ਹੱਲ ਹੋ ਜਾਣਗੇ। ਮੇਰੇ ਤੇ ਪੁਰਾਣੇ ਤਜਰਬੇ ਨੇ ਤੇ ਅਸੀਂ ਇਹਨਾਂ ਰਾਹਾਂ ਤੋਂ ਹੋ ਗੁਜ਼ਰੇ ਹਾਂ ਕਈ ਵਾਰੀ। ਤੇ ਗੁਜ਼ਾਰਿਸ਼ ਹੈ ਵੇ ਕਿ ਉਹਨਾਂ ਦਾ ਤਰੀਕਾ ਵਾਰਦਾਤ ਤੁਸੀਂ ਸਮਝੋ ਕਿ ਤਰੀਕਾ ਵਾਰਦਾਤ ਕੀ ਹੈ। ਉਹ ਤੁਹਾਡੇ ਵਿੱਚ ਪਹਿਲੇ ਬੰਦੇ ਸੁੱਟਦੇ ਨੇ ਖੁਦ ਹੀ। ਉਹ 4 ਦਿਨ ਤੁਹਾਡੀ ਚਾਪਲੂਸੀ ਕਰਨਗੇ, ਤੁਹਾਡੇ ਅੱਗੇ ਪਿੱਛੇ ਰਹਿਣਗੇ, ਪਹਿਲੇ ਆਪਣਾ ਇੱਕ ਨਾਮ ਬਣਾਉਣਗੇ। ਨਾਮ ਬਣਾਉਣ ਤੋਂ ਬਾਅਦ ਉਹ ਫਿਰ ਬੋਲੀ ਜਿਹੜੀ ਹੈ ਨਾ ਕਾਦੀਆਨੀਆਂ ਵਾਲੀ ਬੋਲਣਗੇ। ਹੁਣ ਉਹਨਾਂ ਦੀ ਉਹ ਬੋਲੀ ਬੋਲਣ ਦਾ ਇੱਕ ਅੰਦਾਜ਼ ਹੁੰਦਾ, ਸਟਾਈਲ ਹੁੰਦਾ। ਉਹ ਬੋਲੀ ਕੀ ਹੁੰਦੀ ਉਹ ਤੁਹਾਨੂੰ ਮੈਂ ਦੱਸ ਦਿੰਦਾ ਵਾ। ਉਹ ਦੇਖੋ ਜੀ, ਕਾਦੀਆਨੀਆਂ ਨਾਲ ਮੁਨਾਜ਼ਰੇ ਨਹੀਂ ਕਰਨੇ ਚਾਹੀਦੇ ਨੇ, ਇਹ ਤੇ ਸਾਡੇ ਉਲਮਾ ਨੇ ਵੀ ਲਿਖਿਆ, ਲਾਦਰ ਨੇ ਵੀ ਲਿਖਿਆ ਤੇ ਫਲਾਂ ਨੇ ਵੀ ਲਿਖਿਆ, ਹਰਾਮ ਹੈ, ਇਹਦੇ ਮੁਨਾਜ਼ਰੇ ਮਨੂਜ਼ਰੇ ਨਹੀਂ ਕਰਨੇ ਚਾਹੀਦੇ। ਹੈ ਬਸ ਐਵੇਂ ਹੀ ਬਸ ਨਾ ਸਾਡੇ ਹੈ ਤੇ ਵੱਡੇ ਨੇ, ਮੁਫਤੀ ਸਾਹਿਬ ਨੇ, ਲੇਕਿਨ ਬਹਰਹਾਲ ਕੀ ਕਹਿ ਸਕਦੇ ਹਾਂ। ਲੇਕਿਨ ਇਹ ਵੇ ਕਿ ਨਹੀਂ ਕਰਨੇ ਨਹੀਂ ਚਾਹੀਦੇ, ਮੁਨਾਜ਼ਰੇ ਨਹੀਂ ਕਰਨੇ ਚਾਹੀਦੇ। ਹੈ ਤੇ ਕੰਮ ਹੀ ਗਲਤ ਹੈ, ਹਰਾਮ ਹੈ ਤੇ ਕੰਮ ਗਲਤ ਹੈ, ਸਹੀ ਨਹੀਂ। ਬਸ ਅੱਲਾ ਪਾਕ ਇਹਨਾਂ ਨੂੰ ਹਦਾਇਤ ਦੇਵੇ ਤੇ ਮੁਨਾਜ਼ਰੇ ਨਹੀਂ ਕਰਨੇ ਚਾਹੀਦੇ। ਅੱਛਾ, ਇਹ ਇੱਕ ਸਟਾਈਲ ਹੈ। ਸਟਾਈਲ ਸਮਝਿਓ ਕਿ ਸੱਪ ਵੀ ਮਰ ਜਾਏ, ਲਾਠੀ ਵੀ ਬਚ ਜਾਏ, ਆਪਣਾ ਵੀ ਸੇਫ ਕਰ ਗਏ, ਆਪਣਾ ਪੈਗਾਮ ਵੀ ਦੇ ਗਏ। ਅਸਲ ਉਹਨਾਂ ਦਾ ਮਿਸ਼ਨ ਹੈ ਵੇ ਕਿ ਤੁਹਾਨੂੰ ਇਹਨਾਂ ਮੁਨਾਜ਼ਰਿਆਂ ਤੋਂ, ਡਿਬੇਟ ਤੋਂ ਹਟਾਉਣਾ, ਕਿ ਕਿਸੇ ਤਰੀਕੇ ਇਹ ਡਿਬੇਟ ਤੋਂ ਹਟਣ ਕਿਸੇ ਤਰੀਕੇ। ਉਹ ਫਿਰ ਤੁਹਾਡੇ ਅੰਦਰ ਬੰਦੇ ਪਹਿਲੇ ਪਲਾਂਟ ਕਰਦੇ ਨੇ। ਤੇ ਟਿਕਟਾਕ ਦੇ ਉੱਤੇ ਸਾਨੂੰ ਇਹਦਾ ਜ਼ਿਆਦਾ ਹੀ ਥੋੜਾ ਜਿਹਾ ਤਜਰਬਾ ਹੋਇਆ ਹੈ। ਅਸੀਂ ਚੂੰਕਿ ਬੇਸਿਕਲੀ ਯੂਟਿਊਬਰ ਹਾਂ ਤੇ ਯੂਟਿਊਬ ਤੇ ਮਾਮਲਾਤ ਕੁਝ ਸਾਫ ਸੁਥਰੇ ਨਿਖਰੇ ਮਾਮਲਾਤ ਨੇ। ਉੱਥੇ ਹੁੰਦਾ ਸੀ ਸਾਡੇ ਚੰਦ ਬੰਦੇ ਹੁੰਦੇ ਸਨ ਤੇ ਉਹ ਚੰਦ ਬੰਦਿਆਂ ਦਾ ਸਾਨੂੰ ਪਤਾ ਹੁੰਦਾ ਸੀ ਇਹ ਬੰਦੇ ਕੌਣ। ਉਹਨਾਂ ਦੀ ਸੋਚ ਫਿਕਰ ਤੋਂ ਅਗਾਹ ਸਾਂ ਅਸੀਂ, ਹਰ ਚੀਜ਼ ਹਰ ਮਾਮਲਾ ਨਿਖਰਿਆ ਆਇਆ ਹੁੰਦਾ ਸੀ। YouTube ਤੇ ਵੀ ਇਹਨਾਂ ਨੇ ਸਾਡੇ ਨਾਲ ਕਰਤਬਬਾਜ਼ੀ ਕੀਤੀ ਹੈ ਤੇ ਅਸੀਂ ਪਹਿਚਾਣ ਗਏ ਬੰਦੇ ਜਿਹੜੇ ਨੇ ਨਾ ਅਸਲ 'ਚ ਇਹ ਪਲਾਂਟੇਡ ਨੇ। ਲੇਕਿਨ ਟਿਕਟਾਕ ਤੇ ਕੁਝ ਜ਼ਿਆਦਾ ਹੀ ਹੈ, ਯਾਨੀ ਸਮਝ ਲੈ YouTube ਤੋਂ ਕੋਈ 100 ਗੁਣਾ ਜ਼ਿਆਦਾ ਹੈ। ਔਰ ਰੋਜ਼ਾਨਾ ਦੀ ਬੇਸ ਤੇ ਸਾਨੂੰ ਇਹਨਾਂ ਚੀਜ਼ਾਂ ਦਾ ਵਾਸਤਾ ਪੈਂਦਾ ਔਰ ਅਸੀਂ ਵੇਖਦੇ ਹਾਂ। ਇੱਥੇ ਬੰਦੇ ਦੀ ਕੋਈ ਹਕੀਕਤ ਸਾਹਮਣੇ ਹੈ ਨਹੀਂ, ਨਾ ਹੀ ਤੁਸੀਂ ਉਸ ਬੰਦੇ ਦਾ ਅਸਲੀ ਨਾਮ ਜਾਣਦੇ ਹੋ, ਨਾ ਹੀ ਅਸਲੀ ਵਾਇਸ ਨੂੰ ਜਾਣਦੇ ਹੋ, ਨਾ ਹੀ ਅਸਲ ਸ਼ਕਲ ਨੂੰ ਜਾਣਦੇ ਹੋ। ਇੱਥੇ ਬਹੁਤ ਤੁਹਾਨੂੰ ਇੱਕ ਜਿਹੜਾ ਨਾ ਇਹ ਮਸਾਇਲ ਦਾ ਸਾਹਮਣਾ। ਹੁਣ ਫਿਤਨੇ ਨੇ ਕਾਫੀ ਜ਼ਿਆਦਾ। ਬੰਦੇ ਦੀ ਪਹਿਚਾਣ ਤੁਸੀਂ ਕਰ ਹੀ ਨਹੀਂ ਸਕਦੇ। ਕਿੰਜ ਕਰੋਗੇ? ਤੁਹਾਡੇ ਸਾਹਮਣੇ ਤੁਹਾਡਾ ਦੁਸ਼ਮਨ ਕਾਦੀਆਨੀ ਹੈ, ਮਿਰਜ਼ਾ ਜੂਨੀਅਰ ਜੇਲਮੀ ਹੈ, ਗੋਬਰ ਸ਼ਈਏ ਨੇ, ਰਵਾਫਿਜ਼ ਨੇ, ਐਥੀਇਸਟ ਨੇ, ਕ੍ਰਿਸਚਨਸ ਨੇ, ਹਿੰਦੂਜ਼ ਨੇ। ਹੁਣ ਇਹ ਸਾਰੇ ਹੀ ਭੈਣ ਭਰਾ ਰਲ ਮਿਲ ਕੇ ਫੇਕ ਆਈਡੀਜ਼ ਬਣਾ ਕੇ ਆ ਰਹੇ ਨੇ। ਤੁਹਾਨੂੰ ਸਮਝ ਨਹੀਂ ਆਣੀ ਤੁਸੀਂ ਕਰੋਗੇ ਕੀ, ਕਿੱਧਰ ਜਾਓਗੇ, ਕਿੰਜ ਫੜੋਗੇ। ਉਹ ਫਿਰ ਪਤਾ ਕੀ ਹੈ, ਉਹ ਫਿਰ ਮੇਰੇ ਵਾਲਾ ਮਜ਼ਾਜ ਜਿੰਨਾ ਤੱਕ ਅਪਣਾਓਗੇ ਨਹੀਂ ਚੱਲ ਨਹੀਂ ਪਾਓਗੇ ਤੁਸੀਂ ਨਹੀਂ ਤੇ ਜਗ੍ਹਾ ਫਸੋਗੇ, ਜਗ੍ਹਾ ਫਸੋਗੇ। ਚੋਰ ਨੂੰ ਫੜਨ ਵਾਸਤੇ ਪੁਲਿਸ ਵਾਲੇ ਪਹਿਲੇ ਸ਼ੱਕ ਕਰਦੇ ਨੇ, ਸ਼ੱਕ ਦੀ ਬੁਨਿਆਦ ਦੇ ਉੱਤੇ ਫੜਿਆ ਜਾਂਦਾ ਹੈ। ਉਹਦੀ ਕੋਈ ਇੱਕ ਚੀਜ਼ ਨੂੰ ਲੈ ਕੇ ਕਿ ਬਈ ਇਹ ਗੜਬੜ ਹੋਈ ਇੱਥੇ, ਉੱਥੋਂ ਫਿਰ ਬੰਦਾ ਫੜਿਆ ਜਾਂਦਾ। ਸਮਝ ਆਈ ਕਿ ਨਹੀਂ? ਜ਼ਿਆਦਾ ਦੂਰ ਕੀ ਜਾਣਾ। ਰਾਤ ਦੀ ਗੱਲ ਹੈ, ਉਹ ਤੁਹਾਨੂੰ ਪਤਾ ਅੱਜ ਕੱਲ੍ਹ ਬੜਾ ਰੌਲਾ ਪਿਆ ਹੈ। 26 ਨਵੰਬਰ ਨੂੰ ਕੋਈ ਮੁਨਾਜ਼ਰਾ ਹੋਣ ਲੱਗਾ ਹੈ ਮਿਰਜ਼ਾ ਜੂਨੀਅਰ ਜੇਲਮੀ ਤੇ ਮੁਫਤੀ ਨੀ ਕੁਰੈਸ਼ੀ ਦਾ।
ਉਹ ਜਿਹੜਾ ਬੰਦਾ ਕਰਵਾ ਰਿਹਾ ਨਾ ਬੰਦਾ ਵਿੱਚ, ਉਹਦਾ ਨਾਂ ਹੈ ਵੈਸ ਰੱਬਾਨੀ। ਉਹਦੇ ਨਾਲ ਮੇਰਾ ਰਾਬਤਾ ਹੋ ਗਿਆ। ਮੈਂ ਕਿਹਾ ਮੈਨੂੰ ਆਪਣੀ ਬਰਾੜ ਤੇ ਲੈ। ਟਾਈਮ ਫਿਕਸ ਹੋ ਗਿਆ। ਰਾਤ ਨੂੰ ਮੈਂ ਬਰਾੜ ਕਰ ਰਿਹਾ ਸਾਂ ਤੇ ਉਹਦੀ ਜਿਹੜੀ ਅਸਿਸਟੈਂਟ ਹੈ ਕੋਈ ਲੜਕੀ ਹੈ ਅਲੀਜ਼ਾ, ਉਹਦਾ ਮੈਸੇਜ ਆਇਆ ਜੀ ਇਸ ਲਿੰਕ ਦੇ ਉੱਤੇ ਆ ਜਾ ਜਲਦੀ ਜਲਦੀ। ਮੈਂ ਆਪਣੀ ਬਰਾੜ ਦੇ ਵਿੱਚ ਹੀ ਲਾਈਵ ਕਾਲ ਠੋਕ ਦਿੱਤੀ। ਜਦੋਂ ਮੈਂ ਗਿਆ ਵਾਂ ਤੇ ਮੈਨੂੰ ਇਹਨਾਂ ਨੇ ਪਹਿਲੇ ਕੋਈ ਅੱਧਾ ਘੰਟਾ ਉਠਾਈ ਰੱਖਿਆ ਥੱਲੇ, ਕਾਲ ਤੇ ਨਹੀਂ ਚੱਕਿਆ। ਸਹੀ ਹੈ। ਜਦੋਂ ਮੈਂ ਗਿਆ ਵਾਂ ਤੇ ਮੈਨੂੰ ਮੇਰਾ ਰਾਉਂਡ ਬੋਰਡ ਜਿਹੜਾ ਮੈਨੂੰ ਟਾਈਮ ਮਿਲਿਆ ਸ਼ਾਇਦ 2 ਮਿੰਟ ਮਿਲੇ। ਇੰਨੀ ਦੇਰ ਵੇਟ ਕਰਨ ਤੋਂ ਬਾਅਦ 2 ਮਿੰਟ, ਤੇ ਮੇਰੇ ਜਾਣ ਤੋਂ ਪਹਿਲੇ ਵੀ ਬੰਦੇ ਇਹਨਾਂ ਨੇ ਬਿਠਾਏ ਸਨ ਐਵੇਂ ਜੇ ਲੱਲੂ ਜੇ, ਔਰ ਜ਼ਾਹਿਰ ਉਹ ਇਹ ਕਰ ਰਹੇ ਸਨ ਕਿ ਮਿਰਜ਼ਾ ਜੂਨੀਅਰ ਜੇਲਮੀ ਦੇ ਸਟੂਡੈਂਟ ਨੇ। ਇੱਕ ਨਾਲ ਇਹਨਾਂ ਨੇ ਰਾਫਤੀ ਬਿਠਾਇਆ ਸੀ ਕੋਈ, ਉਹਨੇ ਪੱਗ ਵਗੈਰਾ ਕਾਲੀ ਬੰਨੀ ਸੀ ਤੇ ਉਹ ਬੈਠਾ ਸੀ। ਮੈਂ ਥੱਲੇ ਸਾਰੀ ਗੇਮ ਵੇਖ ਰਿਹਾ ਵਾਂ, ਕੀ ਸਵਾਲ ਜਵਾਬ ਹੋ ਰਹੇ ਨੇ। ਮੈਂ ਉਹ ਪਹਿਲੇ ਸਾਰਾ ਸਟਰਕਚਰ ਸਮਝਣ ਦੀ ਕੋਸ਼ਿਸ਼ ਕੀਤੀ ਕਿ ਕੀ ਰੋਲਾ ਕੀ ਹੈ। ਉਹ ਮੈਨੂੰ ਸਾਰੇ ਨਾ ਥੱਲੇ ਸੁਣ ਕੇ ਸਭ ਸਮਝ ਆ ਗਈ ਕਿ ਅਸਲ ਗੇਮ ਵਿੱਚ ਹੋ ਕੀ ਰਹੀ ਹੈ। ਮੈਂ ਕਾਲ ਤੇ ਚੱਕਿਆ ਤੇ ਮੈਂ ਕਿਹਾ ਜੀ ਕਿਸ ਮੌਜੂ ਦੇ ਉੱਤੇ ਮੁਨਾਜ਼ਰਾ ਹੋਣ ਜਾ ਰਿਹਾ। ਜਵਾਬ ਮਿਲਿਆ ਜੀ ਸ਼ਾਨੇ ਔਲੀਆ ਦੇ ਉੱਤੇ। ਮੈਂ ਕਿਹਾ ਅੱਛਾ। ਮੈਂ ਕਿਹਾ ਸ਼ਾਨੇ ਔਲੀਆ ਦੇ ਤੇ ਮੁਨਾਜ਼ਰਾ ਬੰਦੇ ਨਹੀਂ ਹੈ ਭਾਈ। ਉਹਨੇ ਤੇ ਸ਼ਾਨੇ ਔਲੀਆ ਦੇ ਥੱਲੇ ਦੀ ਗੱਲ ਏ। ਉਹਨੇ ਤੇ ਕਿਸੇ ਸਾਬੀ ਨੂੰ ਨਹੀਂ ਛੱਡਿਆ। ਸਾਬੀ ਉੱਚੇ ਨੇ ਕਿ ਔਲੀਆ ਉੱਚੇ ਨੇ, ਉਹਦੇ ਬਾਅਦ ਹੀ ਕੈਟਾਗਰੀ ਨੇ। ਉਹਨੇ ਕਿਸੇ ਸਾਬੀ ਨੂੰ ਨਹੀਂ ਛੱਡਿਆ, ਨਾ ਹੀ ਉਹਨੇ ਹਜ਼ਰਤ ਅਬੂ ਬਕਰ ਸਦੀਕ, ਉਮਰ ਫਰੂਕ, ਉਸਮਾਨ ਗਨੀ, ਮੌਲਾ ਅਲੀ ਨੂੰ, ਅਹਲੇ ਬੈਤ ਅਤਹਾਰ ਨੂੰ ਨਹੀਂ ਉਹਨੇ ਛੱਡਿਆ। हजरत अमीर मुआविया, हजरत अबू सुफियान और दीगर साहबा ਨੂੰ ਕਿਸੇ ਨੂੰ ਉਹਨੇ ਮਾਫ ਕੀਤਾ ਹੀ ਕੋਈ ਨਹੀਂ। ਮੈਂ ਕਿਹਾ ਸਾਬੀ ਉੱਤੇ ਨੇ ਕਿ ਨਬੀ ਉੱਤੇ ਨੇ? ਉਹਨੇ ਤਾਂ ਮੇਰੇ ਹਜ਼ੂਰ ਨੂੰ ਨਹੀਂ ਛੱਡਿਆ, ਕਿਸੇ ਹੋਰ ਨਬੀ ਨੂੰ ਨਹੀਂ ਛੱਡਿਆ, ਕਿਸੇ ਹੋਰ ਅੰਬੀਆ ਦੇ ਮੌਜਜ਼ਾਤ ਦਾ ਉਹ ਮੁਨਕਿਰ ਹੈ, ਔਲੀਆ ਅੱਲਾ ਦੇ ਕਰਾਮਾਤ ਦਾ ਮੁਨਕਿਰ ਹੈ, ਉਹ ਤੇ ਕਿਸੇ ਚੀਜ਼ ਨੂੰ ਨਹੀਂ ਮੰਨਦਾ। ਇਹ ਵੀ ਥਲੜੀਆਂ ਚੀਜ਼ਾਂ ਨੇ। ਮੈਂ ਕਿਹਾ ਉਹਨੇ ਤੇ ਅੱਲਾ ਤੱਕ ਨੂੰ ਨਹੀਂ ਛੱਡਿਆ, ਉਹਨੇ ਤੇ ਤੌਹੀਦ ਦੇ ਉੱਤੇ ਡਾਕਾਜ਼ਾਨੀ ਕੀਤੀ ਏ, ਤੇ ਸ਼ਾਨੇ ਔਲੀਆ ਦੇ ਉੱਤੇ ਮੁਨਾਜ਼ਰਾ ਤੇ ਬੰਦਾ ਹੀ ਨਹੀਂ। ਇਹਦੇ ਗੋਂਗਲੂਆਂ ਦੇ ਉੱਤੇ ਮਿੱਟੀ ਝਾੜਨ ਵਾਲਾ ਹਿਸਾਬ ਹੋਇਆ। ਫਿਰ ਮੈਂ ਆ ਗਿਆ। ਮੈਂ ਕਿਹਾ ਕਿ ਜਿਸ ਬੰਦੇ ਨੂੰ ਤੁਸੀਂ ਇਹਦੇ ਮੱਦੇ ਮੁਕਾਬਲ ਲਿਆ ਕੇ ਖੜਾ ਕੀਤਾ ਵੇ ਮੁਫਤੀ ਹਨੀਫ ਕੁਰੈਸ਼ੀ ਨੂੰ, ਉਹਦਾ ਆਪਣਾ ਅਕੀਦਾ ਡਾਵਾਂਡੋਲ ਹੈ। ਉਹ ਹਜ਼ਰਤ ਅਮੀਰ ਮੁਆਵੀਆ ਦੇ ਬਾਰੇ ਉਹਦਾ ਹੀ ਉਹ ਹੀ ਮੌਕਫ ਹੈ ਜਿਹੜਾ ਮਿਰਜ਼ਾ ਜੂਨੀਅਰ ਜੇਲਮੀ ਦਾ ਮੌਕਫ ਹੈ। ਤੇ ਫਿਰ ਗੱਲ ਤੇ ਕੋਈ ਨਾ ਹੋਈ ਨਾ। ਜੇ ਬਿਲਫਰਜ਼ ਮੁਨਾਜ਼ਰਾ ਹੋ ਵੀ ਜਾਏ, ਅਵਲ ਤੇ ਹੋਣਾ ਕੋਈ ਨਹੀਂ, ਔਰ ਅਗਰ ਬਿਲਫਰਜ਼ ਹੋ ਵੀ ਜਾਏ ਤੇ ਕਿਹਦੀ ਹਾਰ ਤੇ ਕਿਹਦੀ ਜਿੱਤ ਹੋਏਗੀ, ਤੇ ਕਿਸ ਮੌਜੂ ਤੇ ਹਾਰ ਜਿੱਤ ਹੋਏਗੀ। ਇਹ ਮੈਂ ਗੱਲ ਕੀਤੀ ਏ। ਤੇ ਫਿਰ ਉੱਥੇ ਸਾਹਮਣੇ ਇੱਕ ਵਹੀਦ ਨਾਮ ਦਾ ਮਿਰਜ਼ਾ ਜੂਨੀਅਰ ਜੇਲਮੀ ਦਾ ਸਟੂਡੈਂਟ ਬੈਠਾ ਹੈ। ਮੈਂ ਤਜ਼ਕਰਾ ਖੋਲ ਲਈ। ਉਹ ਮੈਂ ਕਿਹਾ ਜਿੰਜ ਦੀਆਂ ਆਫਰਾਂ ਅੱਲਾ ਮਿਰਜ਼ੇ ਕਾਦੀਆਨੀ ਨੂੰ ਕਰਵਾਉਂਦਾ ਸੀ, ਉਂਝ ਦੀਆਂ ਆਫਰਾਂ ਇਹਨੂੰ ਹੋ ਰਹੀਆਂ ਨੇ कि मुझे अल्लाह ने ऑफर करवाई है कि 60 साल की उम्र दे दो तो मैं तुझे मिनी खुदा बना दूंगा, तो कुन फया कुन की सलाहियत दे दूंगा। मैं क्या वही ऑफर है सारिया तदकरे च पढ़ लो। वो भी देखो ही कहना मैनू अल्लाह ने ऑफर कराई है, मैनू अल्लाह ने फरमाया। ते वो इन्होंने मैनू काल तू थले ला दिता। ते फिर बाद च ओदी जिहड़ी असिस्टेंट से ओदे नाल मेरी गल, मैं क्यों लाया जे भाई मैनू है वो ना असल में टाइम खत्म होने लगा तो इस वजह से। मैं क्या टाइम खत्म होना तो उलमा नू तुसीं इंज करके गुफ्तगू, तुसां अपने चैनल का नाम है रखिया भी मैं और मौलाना, तुहाडा प्रोग्राम का नाम है मैं और मौलाना, ते मौलाना जिहड़े सद्दे हो तुसीं ते उन्हां नाल लैस सलूक करदे हो। ये की तरीका है? फिर जी माजरत कर दिओ, माफ जी, वो टाइम खत्म। अच्छा फिर मैं हुण वेखना पिया, फिर मैं सौ गया ना। मैं फिर बाद चों हुण वेखिआ मेरे बाद तकरीबन पौन घंटा वो बैठे रहे, प्रोग्राम खत्म नहीं। हुण की है मौजू ऐस वे के समझो गेम समझो कि तस्वीर के दोवें रुख वेखी दे ने असल हो की रहा है। गल इत्थों टुरी सी कि जिहड़े टिकटाक दे उत्ते जिहड़े ड्रामे हो रहे ने, ड्रामे, वो ड्रामियां नूं समझो असल की है। बंदा कोई कड्ढना विचों खुड दे विचों है कोई आसान नहीं, एडी जल्दी नहीं निकलणगे। वो ਤੁਹਾਨੂੰ बहुत पहले मारा खानियां पैणगियां, पहले 4 दिन ਉਹਨੂੰ ਵੇਖਣਾ ਪਏਗਾ। ਹੁਣ ਇਹ ਵੇਖੋ ਮਿਸਾਲ ਕਾਸਮ ਹੈ, ਅਲੀ ਦਾ ਮਲੰਗ ਹੈ, ਜਿੰਨੇ ਵੀ ਨੇ ਸਾਰੇ ਇਹ ਮੇਰੇ ਵਾਸਤੇ ਤੇ ਨਵੇਂ ਨੇ ਨਾ ਜੀ, ਮੇਰੇ ਵਾਸਤੇ ਤੇ ਨਵੇਂ।
ਪਹਿਲੇ ਤੁਹਾਡੇ ਸਾਰਿਆਂ ਦੇ ਵਿੱਚ ਮੈਨੂੰ 4 ਦਿਨ ਰਹਿਣਾ ਪੈਣਾ ਹੈ, ਤੁਹਾਨੂੰ ਵੇਖਣਾ ਪੈਣਾ ਹੈ, ਮਾਮਲਾਤ ਵੇਖਣੇ ਪੈਣੇ ਨੇ, ਫਿਰ ਕਿਧਰੇ ਜਾ ਕੇ ਕੋਈ ਨਤਾਇਜ ਅਖਦ ਹੁੰਦੇ ਨੇ। ਇੱਕਦਮ ਤੇ ਨਹੀਂ ਅਸੀਂ ਕੁਝ ਕਰ ਸਕਦੇ, ਸਾਨੂੰ ਕੀ ਪਤਾ ਕੌਣ ਕੀ ਹੈ, ਸਮਝੇ ਕਿ ਨਹੀਂ। ਤੇ ਇਹ ਹੁਣ ਤੁਸੀਂ ਵੇਖ ਲਓ ਵੱਡੀ ਸਤ੍ਹਾ ਦੇ ਇੰਜ ਦੇ, ਉਹ ਹੁਣ ਇੱਕ ਚੈਨਲ ਹੈ, ਉਹਦਾ ਐਂਕਰ ਹੈ ਉਹ ਅਵੈਸ ਰੱਬਾਨੀ। ਹੁਣ ਉਹ ਤੁਸੀਂ ਕਿਵੇਂ ਜੱਜ ਕਰ ਸਕਦੇ ਹੋ ਕਿ ਆ ਕਿਧਰੇ ਮਿਰਜ਼ਾ ਜੂਨੀਅਰ ਦੇ ਟਾਊਟ ਨਾ ਹੋਵੇ? ਆਹੋ, ਕਿਤੇ ਮਿਰਜ਼ਾ ਜੂਨੀਅਰ ਦੇ ਟਾਊਟ ਨਾ ਹੋਵੇ, ਪਲਾਂਟੇਡ ਨਾ ਹੋਵੇ। ਤੇ ਹਰ ਚੀਜ਼ ਦੇ ਦੋਵੇਂ ਰੁਖ ਵੇਖੀਦੇ ਨੇ, ਫਿਰ ਜਾ ਕੇ ਫੈਸਲੇ ਹੁਆ ਕਰਦੇ ਨੇ। ਔਰ ਇਹ ਮਾਮਲਾਤ ਨੇ। ਤੇ ਮੈਂ ਜੇ ਹੁਣ ਸੁਣ ਰਿਹਾ ਸੀ ਉਹਨਾਂ ਦੀ ਵੀ ਬਹਿ ਕੇ, ਤੇ ਨਾਲ ਹੀ ਤੁਹਾਡੀ ਬਰਾੜ ਸੀ, ਤੇ ਉਹ ਮੌਜੂ ਮੈਨੂੰ ਕੋਈ ਥੋੜੇ ਰਲੇ ਮਿਲੇ ਲੱਗੇ। ਮੈਂ ਕਿਹਾ ਕੁਝ ਹੋਇਆ ਹੈ ਵੇ, ਕੋਈ ਗੱਲਬਾਤ ਹੋਈ ਹੈ। ਪਰ ਆਪਸ ਚ ਹੀ ਲੱਗੇ ਨੇ ਸਾਰੇ ਹੀ ਰਲ ਮਿਲ ਕੇ। ਕੋਈ ਕੰਮ ਖਤਮੇ ਨਬੂਵਤ ਦਾ ਕੰਮ ਤੇ ਕਦੇ ਕੋਈ ਸਾਨੂੰ ਨਜ਼ਰ ਆਇਆ ਕੋ ਨਹੀਂ। ਆਪੋ ਚ ਹੀ ਬਸ ਇੱਕ ਦੂਜੇ ਨੂੰ ਗਾਲੋ ਗੋਲੀ, ਉਹਨੇ ਇੰਝ ਉਹਨੇ ਇੰਝ। ਬਈ ਗੱਲ ਹੈ ਵੇ, ਇੱਧਰ ਵੇਖੋ, ਮੁਫਤੀ ਮੁਬਸ਼ਰ ਨਾ ਅੱਜ ਤੱਕ ਨਹੀਂ ਅਸੀਂ ਖੁਆਇਸ਼ ਕੀਤੀ ਕਿ ਸਾਨੂੰ ਕੋਈ ਵਾਹ ਵਾਹ ਕਰੇ ਆ ਕੇ, ਸਾਨੂੰ ਕੋਈ ਬੱਲੇ ਬੱਲੇ ਮੁਫਤੀ ਮੁਬਸ਼ਰ, ਹੈ ਹੀ ਨਹੀਂ ਜ਼ੇਨ ਚ ਨਹੀਂ, ਦੂਰ ਦੂਰ ਤੱਕ ਕਿਸੇ ਖਾਂਚੇ ਕੋਨੇ ਖਾਂਚੇ ਚ ਨਹੀਂ। ਹਾਂ ਇੱਕ ਗੱਲ ਹੈ ਵੇ, ਅੱਲਾ ਦੀ ਕਸਮ ਹੈ, ਹਰ ਉਸ ਬੰਦੇ ਨੂੰ ਉਹਦੀ ਪੱਪੀ ਲੈਣ ਤੇ ਦਿਲ ਕਰਦਾ ਹੈ ਕਿ ਜਿਹੜਾ ਖਤਮ ਨਬੂਵਤ ਦਾ ਕੰਮ ਕਰਦਾ, ਉਹਨੂੰ ਸਲੂਟ। ਜਿਹੜਾ ਸਾਨੂੰ ਭਾਵੇਂ ਗਾਲਾਂ ਦੇ, ਲੱਖ ਗਾਲਾਂ ਦੇ, ਸਾਡੇ ਨਾਲ ਜੋ ਮਰਜ਼ੀ ਕਰ, ਲੇਕਿਨ ਕਰ ਖਤਮ ਨਬੂਵਤ ਦਾ ਕੰਮ। ਮਜ਼ਾ ਆਉਂਦਾ ਹੈ ਯਾਰ। ਉਹ ਸਾਡਾ ਹੀ ਦੁਸ਼ਮਣ ਹੈ ਨਾ, ਉਹ ਭਾਈ ਸਾਡਾ ਹੀ ਉਹ ਮੁਖਾਲਫ ਹੈ ਨਾ। ਖਤਮ ਨਬੂਵਤ ਦਾ ਕੰਮ ਤੇ ਕਰ ਰਿਹਾ ਨਾ, ਕਰੇ, ਅੱਛੀ ਬਾਤ ਹੈ। ਮੁਨਾਫਿਕ ਨਾ ਹੋਵੇ, ਇਹ ਨਾ ਹੋਵੇ ਕਿ ਇੱਕ ਉਹਨੇ ਲੱਤ ਮੁਸਲਮਾਨ ਨਾਲ ਰੱਖੀ ਹੈ ਤੇ ਇੱਕ ਮਿਰਜ਼ਾ ਜੂਨੀਅਰ ਜੇਲਮੀ ਵਾਲ ਰੱਖੀ ਹੈ ਤੇ ਨਾਲ ਖਤਮ ਨਬੂਵਤ ਦਾ ਕੰਮ ਕਰਨਾ। ਨਹੀਂ, ਇੰਝ ਨਹੀਂ। ਫਿਰ ਉਹ ਨਹੀਂ, ਫਿਰ ਉਹ ਦੁਕਾਨ ਉਹਦੀ ਫਿਰ ਅਸੀਂ ਚੱਲਣ ਨਹੀਂ ਦੇਣੀ। ਉਹਦੀ ਦੁਕਾਨ ਦੇ ਵਿੱਚ ਅਸੀਂ ਫਿਰ ਰੁਕਾਵਟ ਖੜੀ ਕਰਾਂਗੇ। ਹਾਂ, ਲੇਕਿਨ ਖਾਲਸ ਹੋ ਕੇ ਖਤਮ ਨਬੂਵਤ ਦਾ ਕੰਮ ਕਰ ਰਹੇ, ਠੀਕ ਹੈ, ਸਾਡੇ ਨਾਲ ਭਾਵੇਂ ਜਿੰਨਾ ਮਰਜ਼ੀ ਇਖਤਲਾਫ ਹੋ ਕੇ ਕੋਈ ਗੱਲ ਨਹੀਂ। ਆਪਣੀ ਜ਼ਿੰਦਗੀ ਕੋਈ ਇੰਝ ਦੀ ਬਣਾਈ ਹੈ, ਸਿੱਧੀ ਸਿੱਧੀ ਜਿਹੀ, 2 ਤੇ 2 4, ਬਸ। ਕੋਈ ਲੰਬੇ ਚੌੜੇ ਰੱਪੜੇ ਰੋਲੇ ਹੈ ਹੀ ਨਹੀਂ, ਸਮਝੇ ਕਿ ਨਹੀਂ। ਤੇ ਆਪਸ ਚ ਨਾ ਤੁਸੀਂ ਲੜਿਆ ਭਿੜਿਆ ਕਰੋ ਤੇ ਕੰਮ ਕਰਿਆ ਕਰੋ, ਖਤਮ ਨਬੂਵਤ ਕਰੋ ਆਪਣੇ ਆਪਣੇ ਤੇ, ਸਾਰੇ ਬਰਾਡਾਂ ਕਰਿਆ ਕਰੋ, ਲੇਕਿਨ ਆਪਸ ਚ ਨਾ ਘੁਲਿਆ ਕਰੋ। ਹਾਂ ਜੇ, ਲੇਕਿਨ ਅਗਰ ਜਿਹੜੇ ਤੁਹਾਡੇ ਮੁਖਾਲਿਫੀਨ ਨੇ ਜਾਂ ਤੁਹਾਡੇ ਬਾਰੇ ਬੋਲਦੇ ਨੇ, ਤੁਸੀਂ ਉਹਨਾਂ ਦੇ ਵਿੱਚ ਕੋਈ ਐਸੀ ਚੀਜ਼ ਵੇਂਦੇ ਹੋ ਕਿ ਜਿਹੜੀ ਸਾਡੀ ਕਾਜ਼ ਦੇ ਖਿਲਾਫ, ਫਿਰ ਠੀਕ ਹੈ, ਤੁਸੀਂ ਉਹਨਾਂ ਨੂੰ ਬੇਨਕਾਬ ਕਰੋ। ਜਿਵੇਂ ਵੇਖੋ ਨਾ, ਮੈਂ ਮੇਰੀ ਤੇ ਇੱਕ ਹੀ ਬੰਦੇ ਨਾਲ ਟਸਲ ਚੱਲ ਰਹੀ ਹੈ ਟਿਕਟਾਕ ਦੇ ਉੱਤੇ, ਉਹ ਹਸਨ ਕਾਜ਼ਮੀ ਨਾ ਦੀ ਜਿਹੜੀ ਫੇਕ ਆਈਡੀ ਹੈ, ਉਹ ਵੀ ਨਾਮ ਹੀ ਉਹਦਾ ਫੇਕ ਹੈ, ਜੋ ਉਹਨੇ ਜ਼ਾਹਰ ਕੀਤਾ ਉਹ ਵੀ ਫੇਕ, ਉਹਦੀ ਵਾਇਸ ਤੱਕ ਫੇਕ ਹੈ। ਉਹਨੇ ਪਿੱਛੇ ਉਹ ਲਾਏ ਨੇ ਕੀ ਉਹਨੂੰ ਆਉਂਦੇ ਨੇ, ਸਾਊਂਡ ਕਾਰਡ ਔਰ ਵਾਇਸ ਐਕਸਚੇਂਜਰ। ਉਹ ਉਸ ਬੰਦੇ ਦੀਆਂ ਕਈ ਆਈਡੀਆਂ, ਮੇਰੀ ਤਕਰੀਬਨ ਟਿਕਟਾਕ ਤੇ ਸ਼ਾਇਦ ਇੱਕ ਬੰਦੇ ਨਾਲ ਹੀ ਹੈ ਬਸ। ਉਹ ਬੰਦਾ ਮੁਨਾਫਿਕ ਆਦਮੀ। ਤੇ ਕਿਸੇ ਨਾਲ ਵੀ ਤੁਸੀਂ ਅਗਰ ਅਨਾਦ ਰੱਖਦੇ ਹੋ ਤੇ ਕਿਸੇ ਉਸੂਲਾਂ ਦੀ ਬੁਨਿਆਦ ਤੇ, ਆਪਣੀ ਜ਼ਾਤ ਦੀ ਬੁਨਿਆਦ ਤੇ, ਆਪਣੀ ਜ਼ਾਤ ਨੂੰ ਵੀ ਚੁੱਕਣਾ ਪੈਣਾ। ਹੁਣ ਹਸਨ ਕਾਜ਼ਮੀ ਨਾਮ ਦਾ ਜਿਹੜਾ ਵੇ, ਉਹਦੀ ਮੇਰੇ ਨਾਲ ਤੇ ਕੋਈ ਜ਼ਾਤੀ ਮਸਲੇ ਤੇ ਨਹੀਂ, ਮੈਨੂੰ ਜੋ ਮਰਜ਼ੀ ਕਵੇ। ਅਸਲ ਹੈ ਵੇ ਕਿ ਉਹ ਬੋਲੀ ਬੋਲਦਾ ਪਿਆ ਮਿਰਜ਼ਾ ਜੂਨੀਅਰ ਜੇਲਮੀ ਦੀ, ਉਹ ਟਾਊਟ ਹੈ ਮਿਰਜ਼ਾ ਜੂਨੀਅਰ ਜੇਲਮੀ ਦਾ, ਸਮਝੇ ਕਿ ਨਹੀਂ। ਇਹ ਮਾਮਲਾ ਤੇ ਤੁਸੀਂ ਗੱਲ ਕਰ ਲਓ। ਫਿਰ ਜੱਟ ਸਾਹਿਬ ਵੀ ਆਏ ਨੇ। जट साहब की हाल है? अस्सलाम वालेकुम रहमतुल्लाहि व बरकातहू। शाह साहब मरहबा, कैसे हैं, क्या हाल है, कैसी तबीयत है? अल्हम्दुलिल्लाह। शाह साहब पाकिस्तान च ठंड हो गई? हाँ जी ठंड हो गई जी, नज़ला भी हो गया जी। राती इन्हां नूं बड़ा नज़ला सी, मैं लेटिया था ते ओ फिर वैस रब्बानी दी आ गया जी, आ जाओ। मैं कहा चलो फिर नज़ले दे विच भी काम हो रहे ने।
अल्लाह पाक शफा दे शाह साहब तानू शाह साहब रब्बानी जड़ा हैगा को गोल मोल है जिहदी ਉਹਨਾਂ ਦੀ गल्लां ਮੈਂ सुनो ਸਮਝ ਨਹੀਂ ਪਾਇਆ ਅਜੇ ਇਹਦੀ ਕੋਈ ਗੇਮ ਅਜੇ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਨਤਾਇਜ ਹੁੰਦਾ ਸੀ ਨਾ ਹੌਲੀ ਹੌਲੀ ਅੱਖਾਂ 'ਚ ਹੁੰਦੇ ਨੇ ਇਹਨਾਂ ਦੇ ਅਗਲੇ ਸਟੈਪ ਵੇਖੇ ਕਰਦੇ ਕੀ ਨੇ ਫਿਰ ਆਪੇ ਸਮਝ ਆ ਜਾਏ ਕਿ ਗੇਮ ਪਿੱਛੇ ਕੀਤੀ ਕੀ ਇਹਨਾਂ ਨੇ ਹੌਲੀ ਹੌਲੀ ਅਜੇ ਫਾਈਲਾਂ ਤਿਆਰ ਹੋ ਰਹੀਆਂ ਇਹ ਤਾਂ ਮਾਸ਼ਾਅੱਲਾ ਅੱਛੀ ਗੱਲ ਮੈਂ ਤਾਂ ਖੁਸ਼ ਹੈਗਾ ਮੈਂ ਕਿ ਸ਼ਾਹ ਸਾਹਿਬ ਇਹ ਛੋਟੇ ਮਿਰਜ਼ਾ ਦੇ ਜਿਹੜੇ ਸਟੂਡੈਂਟ ਆ ਇਹਦੇ ਉੱਤੇ ਆਪੇ ਹੀ ਲਾਨਤ ਪਾ ਰਹੇ ਅੱਜ ਕੱਲ 2-3 ਦਿਨ ਹੋਏ ਆ ਮੀਡੀਆ ਤੇ ਦੇਖ ਰਹੇ ਹੋਵੋਗੇ ਤੁਸੀਂ ਉਹ ਅਜੇ ਬੜਾ ਕੁਝ ਉਹਨੇ ਬੜਾ ਉਹ ਜਿਹੜੇ ਲਾਨਤ ਪਾ ਰਹੇ ਨੇ ਨਾ ਉਹ ਪੀਟੀਆਈ ਦੇ ਸਨ ਫਰਜ਼ੰਦ ਕਿ ਜਿਹੜੇ ਕੱਲ ਤੱਕ ਤੇ ਉਹਨਾਂ ਦੇ ਸਾਹਮਣੇ ਨਬੀ ਦੀ ਤੋਹੀਨ ਨੇ ਕੀਤੀ ਤੇ ਅਲੀ ਭਾਈ ਸਾਹਬਾ ਦੀ ਤੋਹੀਨ ਕੀਤੀ ਅਲੀ ਭਾਈ ਉਹ ਜਨਾਬ ਤਾਬਈਨ ਦੀ ਔਲੀਆ ਅੱਲਾ ਦੀ ਤੋਹੀਨ ਕੀਤੀ ਅਲੀ ਭਾਈ ਅੱਜ ਇਮਰਾਨ ਹਾਂ ਉਹਨਾਂ ਦੇ ਲੀਡਰ ਦੇ ਬਾਰੇ ਉਹਨੇ ਕੀਤੀ ਹੈ ਤੇ ਸਾਰੇ ਮੁਖਾਲਫ ਹੋ ਗਏ ਇਹ ਕੋਈ ਗਲਤ ਹੈ ਨਾ ਹੋਈ ਇਹ ਕੋਈ ਇਸਲਾਮ ਦੇ ਨਾ ਆਇਆ ਕੋਈ ਮੁਸਲਮਾਨੀ ਦੇ ਨਾ ਹੋਈ ਜੀ ਤੇ ਉਹ ਬਸ ਉਹ ਆਪਣੇ ਆਪਣੇ ਜਦੋਂ ਮਫਾਦਾਤ ਦੇ ਉੱਤੇ ਹਮਲਾਵਰ ਹੁੰਦੇ ਨੇ ਉਹ ਫਿਰ ਚੀਖੋ ਪੁਕਾਰ ਹੁੰਦੀ ਹੈ ਇੰਝ ਹੀ ਹੁੰਦਾ ਇੰਝ ਹੀ ਸਿਆਸੀ ਤੰਜ਼ੀਮਾਂ ਜਦੋਂ ਸਾਰੇ ਸਭ ਟੋਟਲੀ ਸਿਆਸੀ ਤੰਜ਼ੀਮਾਂ ਦੇ ਇਹੋ ਹੀ ਰੋਲੇ ਨੇ ਅੱਲਾ ਰਸੂਲ ਨਬੀ ਦੇ ਬਾਰੇ ਜੋ ਮਰਜ਼ੀ ਕੋਈ ਬਕਵਾਸ ਕਰਦਾ ਰਹੇ ਜਦੋਂ ਇਹਨਾਂ ਦੇ ਸਿਆਸੀ ਲੀਡਰਾਂ ਦੇ ਬਾਰੇ ਕੋਈ ਕਰਦਾ ਹੈ ਨਾ ਉਦੋਂ ਫਿਰ ਚੀਖੋ ਪੁਕਾਰ ਕਰਦੇ ਨੇ ਇਹਨਾਂ ਨੂੰ ਅੱਲਾ ਰਸੂਲ ਨਾਲ ਕੀ ਤੇ ਉਹ ਜਾਨ ਸਾਨੂੰ ਕੀ ਇਹਨਾਂ ਨੇ ਆਪਣੀ ਸਿਆਸਤਾਂ ਬਚਾਉਣੀਆਂ ਹੁੰਦੀਆਂ ਨੇ ਤੇ ਇੰਝ ਦੇ ਸਾਰੇ ਚੱਲ ਰਹੇ ਕੰਮ बिल्कुल बिल्कुल गुजर भाई अबू हसन भाई आ जाओ कॉल भी पाओ अंदर दो रंगी छोड़ दे यक रंग हो जा सरासर मोम या संग हो जा अंदर ਜਿਹੜਾ ਖਾਲਸ ਬੰਦਾ ਹੁੰਦਾ ਨਾ ਉਹਦੇ ਯਾਰ ਬੜੇ ਘੱਟ ਹੁੰਦੇ ਨੇ ਮੁਨਾਫਿਕ ਬੰਦੇ ਦੇ ਯਾਰ ਬੜੇ ਹੁੰਦੇ ਨੇ ਕਿਉਂਕਿ ਉਹਨੇ ਹਰ ਇੱਕ ਨੂੰ ਜੀ 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 ਹਰ ਇੱਕ ਦਾ ਜੀ 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 ਉਹਨੇ ਹਰ ਸਫੇਦੋ ਸਿਆਹ ਦੇ ਜੀ 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 ਯੈਸ ਸਰ 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 ਤੇ ਜਿਹੜਾ ਖਾਲਸ ਬੰਦਾ ਹੁੰਦਾ ਉਹਦੇ ਯਾਰ ਬੜੇ ਘੱਟ ਹੁੰਦੇ ਨੇ ਉਹਨੂੰ ਛੱਡ ਜਾਂਦੇ ਨੇ ਲੋਕ ਸਭ ਮੁਨਾਫਿਕੀਨ ਲੱਗ ਹੋ ਜਾਂਦੇ ਨੇ ਇਹ ਮਾਮਲਾ ਆਪਣੇ ਨਾਲ ਕੋਈ ਖੇਡ ਇੰਜਦਾ ਹੀ ਹੈ ਸਾਡੇ ਯਾਰ ਬੜੇ ਘੱਟ ਨੇ ਕਿਉਂਕਿ ਸਾਡੇ ਕੋਲ ਦੋ ਰੰਗੀ ਹੁੰਦੀ ਨਹੀਂ ਯਾਰ ਯਕੀਨ ਜਾਨੋ ਅੱਜ ਮੈਂ ਚਾਪਲੂਸੀ ਸ਼ੁਰੂ ਕਰਦੇ ਹਾਂ ਉਹਨੂੰ ਵੀ ਕਹਾਂ ਠੀਕ ਹੈ ਨੱਪ ਕੇ ਰੱਖ ਇਹਨੂੰ ਵੀ ਕਹਾਂ ਠੀਕ ਹੈ ਨੱਪ ਕੇ ਰੱਖ ਸਾਡੀ ਵੀ ਬੱਲੇ ਬੱਲੇ ਅਸੀਂ ਵੀ ਵੇਖੋ ਜਾਂਦੇ ਕਿੱਥੇ ਇਹ ਸਾਡੇ ਕੋਲ ਹੁੰਦਾ ਹੀ ਨਹੀਂ ਯਾਰ ਪਤਾ ਨਹੀਂ ਕੀ ਚੱਕਰ बिल्कुल बिल्कुल शाह साहब अदील भाई गुजर भाई को कॉल कीजिएगा बस फितना दूर है शाह साहब उस सरकार दो आलम ने कहा सी ना ये दौर आवेगा ते मैनू ते लगदा ओही दौर है ਉਹੀ ਦੌਰ ਕੁਰਬੇ ਕਿਆਮਤ ਬੜਾ ਸਖਤ ਦੌਰ ਆ ਗਿਆ ਓਏ ਹੋਏ ਲੇਕਿਨ ਇਹ ਵੇ ਕਿ ਖਾਲਿਸ ਹੋ ਕੇ ਅੱਲਾ ਰਸੂਲ ਦਾ ਕੰਮ ਕਰੋ ਉਹਨਾਂ ਦੀ ਇੱਜ਼ਤਾਂ ਦੀ ਹਿਫਾਜ਼ਤ ਕਰੋ ਬਸ ਖੈਰ ਛੱਡੋ ਲੋਕਾਂ ਨੂੰ ਰਾਜ਼ੀ ਕਰਨਾ ਅਸੀਂ ਲੋਕਾਂ ਨੂੰ ਰਾਜ਼ੀ ਕਰਨ ਵਾਸਤੇ ਥੋੜੀ ਕਰ ਰਹੇ ਹਾਂ ਯਾਰ ਨਾ ਜਿਨ੍ਹਾਂ ਵਾਸਤੇ ਕਰ ਰਹੇ ਉਹਨਾਂ ਨੂੰ ਪਤਾ ਉਹਨਾਂ ਨੇ ਸਾਨੂੰ ਇਸ ਕੰਮ ਤੇ ਲਾਇਆ ਮੇਰੇ ਬਾਬਾ ਜੀ ਨੇ ਇਹ ਬਾਬਾ ਜੀ ਉਹ ਨੇ ਕਿ ਮੈਂ ਨਾ ਇੱਥੇ ਇਸ ਦਹਿਰੀਆਂ ਨਾਲ ਮੁਨਾਜ਼ਰੇ ਕਰਦਾ ਹੁੰਦਾ ਸਾਂ ਬੜੀ ਪੁਰਾਣੀ ਗੱਲ ਤੇ ਹੈ ਤੇ ਉਹ ਗਾਂਧੀ ਹੈ ਨਾ ਉਹਨਾਂ ਨਾਲ ਮੁਨਾਜ਼ਰੇ ਕਰ ਕਰਕੇ ਨਾ ਤੇ ਮੈਂ ਖੁਦ ਰੂਹਾਨੀਅਤ ਤੋਂ ਸ਼ਕੂਕ ਔਰ ਸ਼ੁਬਾਤ ਪੈਦਾ ਹੋ ਗਏ ਇੱਕ ਵਕਤ ਮੇਰੇ ਤੇ ਉਹ ਆਇਆ ਸ਼ਕੂਕ ਔਰ ਸ਼ੁਬਾਤ ਪਿਆ ਮੈਂ ਕਿਹਾ ਯਾਰ ਕੁਝ ਵੀ ਨਹੀਂ ਹੈ ਸਭ ਡਰਾਮੇਬਾਜ਼ੀ ਹੈ ਮੈਂ ਨਾ ਟੁਰ ਗਿਆ ਹਜ਼ੂਰ ਅਲੈਹਿਸਸਲਾਤੁ ਵਸਸਲਾਮ ਦੇ ਦਰਿਆ ਅਨਵਰ ਤੇ
ਮੁੰਡੇ ਨੂੰ ਮੈਂ ਕਿਹਾ ਯਾਰ ਮੇਰਾ ਉਮਰੇ ਦਾ ਨਾ ਵੀਜ਼ਾ ਲਵਾ, ਮੈਂ ਹਜ਼ੂਰ ਦੀ ਦਰ ਤੇ ਹਾਜ਼ਰੀ ਦੇਣੀ ਹੈ, ਕੁਝ ਹਾਲਾਤ ਵਿਗੜਦੇ ਨੇ ਪਏ। ਤੁਰ ਗਿਆ ਮੈਂ ਜਾ ਕੇ ਡਾਇਰੈਕਟ ਮਦੀਨੇ ਦੀ ਡਾਇਰੈਕਟ ਰਖਵਾਈ ਮੈਂ ਨਾ, ਡਾਇਰੈਕਟ ਮਦੀਨੇ ਸਰਕਾਰ ਦੀ ਦਰ ਤੇ ਹਾਜ਼ਰੀ ਦਿੱਤੀ ਤੇ ਮੈਂ ਅਰਜ਼ੀ ਪੇਸ਼ ਕੀਤੀ। ਮੈਂ ਕਿਹਾ ਸਰਕਾਰ ਬਚਾਓ ਮੈਨੂੰ, ਜਾਂ ਤੇ ਕੋਈ ਅਗਰ ਸਾਹਬੇ ਨਜ਼ਰ ਤੇ ਸਾਹਬੇ ਕਸ਼ਫ ਕੋਈ ਹੈ ਵੇ ਇਸ ਟਾਈਮ ਤੇ ਉਹਦੇ ਨਾਲ ਮੈਨੂੰ ਮਿਲਵਾਓ, ਨਹੀਂ ਤੇ ਰੂਹਾਨੀਅਤ ਤੋਂ ਮੇਰਾ ਇਤਕਾਦ ਤੇ ਯਕੀਨ ਉੱਠਦਾ ਜਾ ਰਿਹਾ ਔਰ ਮੈਂ ਦੂਰ ਨਿਕਲਣਾ ਤੇ ਬਚਾ ਲਓ ਮੈਨੂੰ। ਮੈਂ ਅਰਜ਼ ਕੀਤੀ, ਮੈਂ ਵਾਪਸ ਆਇਆ ਭਾਈ। ਯਕੀਨ ਮੰਨੋ 에ਅਰਪੋਰਟ ਤੋਂ ਮੈਂ ਉਤਰਿਆ ਮੈਂ ਤਾਂ ਬਾਬਾ ਮੈਨੂੰ ਲੱਭ ਗਿਆ, ਬਾਬਾ ਲੱਭ ਗਿਆ। ਉਹ ਬਾਬੇ ਦੀਆਂ ਤੁਹਾਨੂੰ ਮੈਂ ਤਾਰੀਫਾਂ ਜੋ ਕਰਾਂ ਤੇ ਇੱਥੇ ਮੇਰੀ ਉਮਰਾਂ ਗੁਜ਼ਰ ਜਾਣ ਉਸ ਬਾਬੇ ਦੀਆਂ ਤਾਰੀਫਾਂ ਦੇ ਉੱਤੇ, ਯਕੀਨ ਮੰਨ। ਉਹ ਫਿਰ ਉਹਨਾਂ ਦੀ ਬਾਰਗਾਹ 'ਚ ਮੈਂ ਕੋਈ ਰਿਹਾ ਵਾਂ ਕੋਈ 4-5 ਸਾਲ, ਦਿਨ ਰਾਤ ਰਿਹਾ। ਉਸ ਬੰਦੇ ਨੇ ਫਿਰ ਮੇਰੀ ਉਹ ਵਾਲੀ ਸਭ ਸ਼ਕੂਕ ਔਰ ਸ਼ੁਬਹਾਤ ਦੂਰ ਕੀਤੇ, ਯਕੀਨ ਮੰਨਿਓ। ਔਰ ਉਸ ਬੰਦੇ ਦੇ ਅੱਛਾ ਗੱਲ ਇੱਕ ਕਰਨ ਲੱਗਾ ਸਾਂ ਤੇ ਉਹ ਬਾਬਾ ਜੀ ਹਾਲਾਂਕਿ ਇਹ ਤਸਵੀਰ ਤੇ ਵੀਡੀਓ ਦੇ ਬੜੇ ਸਖਤ ਮੁਖਾਲਫ ਨੇ, ਉਹਨੂੰ ਹਰਾਮ ਕਹਿੰਦੇ ਨੇ, ਲੇਕਿਨ ਮੈਨੂੰ ਨਾ ਮੇਰੇ ਕੰਮ ਨੂੰ ਵੇਖ ਕੇ ਬਾਬਾ ਜੀ ਫਰਮਾਉਂਦੇ ਹੁੰਦੇ ਸਨ, ਅਕਸਰ ਫਰਮਾਉਂਦੇ ਸਨ, ਸ਼ਾਹ ਸਾਹਿਬ ਇਹ ਮੁਹਾਜ਼ ਨਹੀਂ ਛੱਡਣਾ, ਸ਼ਾਹ ਸਾਹਿਬ ਇਹ ਮੁਹਾਜ਼ ਨਹੀਂ ਛੱਡਣਾ। ਮੈਂ ਕਿਹਾ ਜੀ ਬਾਬਾ ਜੀ ਨਹੀਂ ਛੱਡਣਾ। ਜਦੋਂ ਮੈਂ ਕੋਈ ਮੁਨਾਜ਼ਰਾ ਕਰਨਾ ਇੰਨਾ ਉਹਨਾਂ ਨੇ ਖੁਸ਼ ਹੋਣਾ, ਉਹ ਮੇਰੇ ਫਿਰ ਵਹਿੰਦੇ ਹੁੰਦੇ ਸਨ, ਆਓ ਆਓ ਹਾਂਜੀ ਹਾਂਜੀ, ਹਾਲਾਂਕਿ ਉਹ ਮੁਖਾਲਫ ਨੇ। ਅਸੀਂ ਅਸਲ 'ਚ ਬਿਠਾਏ ਹੋਏ ਲੋਕ, ਮਨਜ਼ੂਰੇ ਨਜ਼ਰ ਲੋਕ, ਅਸੀਂ ਕੋਈ ਬੇਪਟੇ ਦੇ ਨਹੀਂ ਹੈ, ਪਟੇ ਵਾਲੇ ਲੋਕ। ਤੇ ਉਸ ਤੋਂ ਬਾਅਦ ਹੁਣ ਇੰਜ ਦੀ ਕੈਫੀਅਤ ਹੈ ਕਿ ਰੂਹਾਨੀਅਤ ਤੇ ਏਡਾ ਕੋ ਪੁਖਤਾ ਇਤਕਾਦ ਔਰ ਇਤਨਾ ਔਲੀਆ ਅੱਲਾ ਨਾਲ ਪਿਆਰ ਮੁਹੱਬਤ ਦਾ ਜਿਹੜਾ ਮੇਰਾ ਹਿਸਾਬ ਹੈ ਨਾ, ਉਹ ਸ਼ਾਇਦ ਤੁਹਾਡੇ ਚੋਂ ਕਿਸੇ ਦਾ ਵੀ ਨਾ ਹੋਏ, ਕਿਉਂਕਿ ਅਸੀਂ ਵੇਖ ਚੁੱਕੇ ਹਾਂ, ਸਾਨੂੰ ਵਿਖਾਇਆ ਗਿਆ। ਹਾਂ ਤੁਹਾਨੂੰ ਕੀ ਪਤਾ ਕੀ ਮਾਮਲਾ ਹੁੰਦਾ। सही हो गया। अच्छा फिर चलिए जी, गलबात तो कोई होनी को नहीं मैनू लगता है। अस्सलाम वालेकुम शाह जी, क्या हाल है? वालेकुम सलाम, अल्हम्दुलिल्लाह। जुनूनी अर्ज कर रहे हैं अज काफी डोर लग रहे हो खरीयत ਤੁਹਾਡੀ मैं माशाल्लाह बड़ा नजला होया जी भाई जी, नजला होया जी, सिर दर्द हल्का हल्का कोई अंज थोड़ा जा बुखार और इमली चीज है। वैसे भी तो ਤੁਹਾਡਾ ਲੱਗਦਾ ਕਿ ਕੋਈ ਦਿਲ ਜਿਹੜਾ ਨਾ ਥੋੜਾ ਦੁਖਿਆ ਲੱਗ ਰਿਹਾ। ਸ਼ਾਹ ਜੀ ਗੱਲ ਹੈ ਕਿ अर्ज ਇਸ ਤਰ੍ਹਾਂ ਨਹੀਂ ਹੈ ਕਿ ਮੈਂ ਸਮਝ ਸਕਦਾ, ਮੈਂ ਤੁਹਾਨੂੰ ਨਾ ਬੜੇ ਅਰਸੇ ਤੋਂ ਫੋਲੋ ਕਰ ਰਿਹਾ ਤੇ ਮਾਮਲਾ ਕੁਝ ਇਸ ਤਰ੍ਹਾਂ ਹੋਇਆ ਕਿ ਸ਼ੁਰੂ ਮੈਂ ਤੁਹਾਡੀਆਂ ਜਦੋਂ ਵੀਡੀਓ ਜਾਂ ਤੁਹਾਡੀਆਂ ਕਨਵਰਸੇਸ਼ਨ ਸੁਣੀਆਂ ਨਾ ਤਾਂ ਮੈਨੂੰ ਲੱਗਾ ਕਿ ਇਹ ਸ਼ਾਹ ਜੀ ਥੋੜੇ ਸਖਤ ਬੇਇੱਜ਼ਤ ਨੇ। ਫਿਰ ਜਿਉਂ ਮੈਂ ਤੁਹਾਨੂੰ ਫੋਲੋ ਕਰਨਾ ਸ਼ੁਰੂ ਕਰਦਾ ਹਾਂ ਮੈਨੂੰ ਸਮਝ ਆ ਰਹੀ ਹੈ ਐਕਚੁਅਲੀ ਤੁਸੀਂ ਇਤਨੇ ਜਿਸ ਤਰ੍ਹਾਂ ਤੁਹਾਡਾ ਬਿਹੇਵੀਅਰ ਸਮਟਾਈਮ ਉਹ ਕਿਉਂ ਹੈ ਕਿ ਲੋਕ ਵਾਕਈ ਬੰਦੇ ਨੂੰ ਫਰਸਟ੍ਰੇਟ ਕਰ ਦਿੰਦੇ ਨੇ। ਹੁਣ ਹਰ ਬੰਦਾ, ਮੈਂ ਅੱਗੇ 2-3 ਬੁੱਢਾ ਸੁਣਿਆ ਸਾਂ, ਤੁਹਾਡੇ ਮੁਖਾਲਫ ਹਾਈ ਹੋਇਆ ਇੱਕ ਬੰਦਾ ਖਲੂਸ ਨੀਅਤ ਦੇ ਨਾਲ ਉਹ ਕੰਮ ਕਰ ਰਿਹਾ, ਠੀਕ ਹੈ, ਔਰ ਆਪਣੇ ਬੰਦਿਆਂ ਨੂੰ ਗਾਈਡ ਵੀ ਕਰ ਰਿਹਾ, ਬੰਦਿਆਂ ਨੂੰ ਮੋਟੀਵੇਟ ਵੀ ਕਰ ਰਿਹਾ। ਮੈਂ ਤੁਹਾਨੂੰ ਦੇਖਿਆ ਸ਼ਾਇਦ ਸਾਹਿਬ ਨੂੰ ਤੁਹਾਨੂੰ ਮਨਾ ਕਰਨ ਨੂੰ ਮੈਂ ਦੇਖਿਆ ਕਿ ਬਾਕੀ ਮਾਮਲਿਆਂ 'ਚ ਨਾਲ ਜੋ ਤੁਸੀਂ ਖਦਮਤ ਬਹੁਤ ਦਾ ਕੰਮ ਕਰੋ। ਤੁਸੀਂ ਅੱਜ ਮੈਂ ਦੇਖਿਆ ਉਹਨਾਂ ਨੇ ਆ ਕੇ ਰੋਂਦਿਆਂ ਅਲੀ ਕੋਲ ਆ ਗਏ, ਤੁਸੀਂ ਕਿਹਾ ਅਲੀ ਨੂੰ ਕਿ ਯਾਰ ਨਹੀਂ, ਤੁਸੀਂ ਫੋਕਸ ਕਰੋ, ਮੁਖਾਲਫਤ ਕਰਨੀ ਹੈ ਤਾਂ ਤਾਂ ਕਰਨੀ ਹੈ ਕਿ ਅਗਰ ਕੋਈ ਬੰਦਾ ਖਤਬੇ ਨਬੂਵਤ ਨਾਲ ਸੁਨੀਅਤ ਫਿਰ ਕਰਨੀ ਹੈ, ਮੁਖਾਲਫਤ ਨਹੀਂ ਕਰਨੀ, ਠੀਕ ਹੈ। ਸੋ ਤੁਹਾਡਾ ਜਿਹੜਾ ਨਾ ਇੱਕ ਤਾਂ ਤੁਹਾਡੇ ਜਿਹੜੀ ਟੀਮ ਹੈ ਇਹ ਵੀ ਹੋਰ ਜੀ, ਇਹ ਜੇ ਸੋਸ਼ਲ ਮੀਡੀਆ ਤੁਹਾਡੇ ਨਾਲ ਬੈਠੇ ਹੁੰਦੇ ਨਾ,
ਇਹ ਚਾਹੀਦਾ ਇਹਨਾਂ ਨੂੰ ਕਿ ਥੋੜ ਜੀ ਬੰਦਿਆਂ ਨੂੰ ਅੱਗਾ ਕਰਨ, ਕਿਉਂਕਿ ਹਰ ਚੀਜ਼ ਨੂੰ ਮੂੰਹ ਚ ਕਰੋਗੇ ਉਹ ਅੱਛੀ ਨਹੀਂ ਲੱਗਦੀ। ਠੀਕ ਹੈ, ਤੇ ਅੱਜ ਮੈਂ ਸੱਚੀ ਗੱਲ ਹੈ, ਅੱਲਾਹ ਜਾਣਦਾ ਸਾਨੂੰ, ਮੈਂ ਕਿਸੇ ਨੇ ਮੂੰਹ ਤੇ ਤਾਰੀਫ ਕਰਨੇ ਨੂੰ ਸਮਝਦਾ ਕਿ ਇਹ ਬਹੁਤ ਬੁਰੀ ਚੀਜ਼ ਹੈ, ਕਿਉਂਕਿ ਕਿਸਮ ਨਹੀਂ ਤੁਸੀਂ ਮੁਨਾਫਕਤ ਹੀ ਕਰਦੇ ਹੁੰਦੇ ਹੋ, ਕਿਸੇ ਨੂੰ ਵਾਸ਼ਲ ਲਾ ਰਹੇ ਹੋ, ਕਿਸੇ ਨੂੰ ਚੁੱਕ ਰਹੇ ਹੋ, ਲੇਕਿਨ ਬਾਹ ਖੁਦਾ ਮੈਂ ਰੱਬ ਜਾਣਦਾ ਕਿ ਮੈਂ ਤੁਹਾਡਾ ਫੈਨ ਹੁੰਦਾ ਜਾ ਰਿਹਾ ਔਰ ਬਹੁਤ ਮਾਸ਼ਾਅੱਲਾ। ਅੱਜ ਮੈਂ ਤੁਹਾਡੀ ਤਬੀਅਤ ਬੋਝਲ ਦੇਖੀ, ਤੁਹਾਡੇ ਰੂਹ ਚ ਮੈਂ ਦੇਖਿਆ ਕਿ ਕੋਈ ਬੰਦੇ ਨੂੰ ਅੰਦਰ ਇਨਰ ਸੱਟ ਲੱਗਦੀ ਹੈ ਨਾ, ਤੇ ਬੰਦਾ ਥੋੜਾ ਜਿਹਾ ਅਪਸੈਟ ਹੁੰਦਾ। ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਸ਼ਾਹ ਜੀ ਇਹ ਬੰਦੇ ਤੁਹਾਡਾ ਰਸਤਾ ਰੋਕਣਗੇ, ਇਹ ਤੁਹਾਨੂੰ ਕੰਮ ਕਰਨੇ ਤੋਂ ਹਰ ਕਿਸਮ ਨਹੀਂ ਕਰਨਗੇ। ਤੁਸੀਂ ਮਾਸ਼ਾਅੱਲਾ ਬਹੁਤ ਜ਼ਿਆਦਾ ਉਮੀਦ ਵਾਲੇ ਹੋ, ਬਹੁਤ ਜ਼ਿਆਦਾ ਤੁਸੀਂ ਰਹਿਨੁਮਾਈ ਕਰਨ ਵਾਲੇ ਉਸਤਾਦ ਹੋ। ਤੁਸੀਂ ਸਾਨੂੰ ਜ਼ਰੂਰਤ ਨਹੀਂ, ਲੇਕਿਨ ਤੁਸੀਂ ਜਿਹੜਾ ਕੰਮ ਕਰਦੇ ਰਹੋ, ਇਹਨਾਂ ਤੋਂ ਤੁਸੀਂ ਬਿਲਕੁਲ ਵੀ ਨਾ ਹਲਕਾ ਜਿਹਾ ਪਰੇਸ਼ਾਨ ਨਹੀਂ ਹੋਇਆ। ਬਾਕੀ ਦਿਲ ਦੁਖਾਣੇ, ਲੇਕਿਨ ਤੁਸੀਂ ਮਾਸ਼ਾਅੱਲਾ ਅੱਲਾਹ ਤੁਹਾਨੂੰ ਅਜਰ ਦਿਆ ਹੈ। ਬਹੁਤ ਸ਼ੁਕਰੀਆ ਸ਼ਾਹ ਜੀ, ਬਹੁਤ ਸ਼ੁਕਰੀਆ, ਅੱਲਾਹ ਪਾਕ ਤੁਹਾਨੂੰ ਅਜਰ ਦਿਆ ਹੈ ਜੀ। ਜਜ਼ਾਕੱਲਾ। ਅੱਛਾ, ਬਾਤ ਹੈ ਵੇ ਕਿ ਪਹਿਲੇ ਤੇ ਮੈਂ ਗਲਤਫਹਿਮੀ ਦੂਰ ਕਰ ਦਿਆਂ। ਯਕੀਨ ਮੰਨਿਓ, ਮੈਂ ਇਹਨੂੰ ਸਮਝ ਲਓ ਕਿ ਸਮਝਦਾ ਵਾਂ ਕੁਫਰ ਸਮਝਦਾ ਵਾਂ ਕਿ ਮੁਬਸ਼ਰ ਸ਼ਾਹ ਕਦੀ ਪਰੇਸ਼ਾਨ ਹੋਏ ਤੇ ਆਪਣੀ ਜ਼ਾਤ ਦੀ ਵਜ੍ਹਾ ਤੋਂ ਹੋਏ। ਮੈਂ ਆਪਣਾ ਜ਼ਾਤੀ ਫਤਵਾ ਹੈ ਮੇਰਾ, ਮੈਂ ਇਹਨੂੰ ਕੁਫਰ ਸਮਝਦਾ ਵਾਂ ਕਿ ਮੁਬਸ਼ਰ ਸ਼ਾਹ ਤੂੰ ਐਡਾ ਘਟੀਆਂ, ਐਡਾ ਘਟ ਗਏ, ਐਡਾ ਤੂੰ ਘਟੀਆ ਹੋ ਗਿਆ, ਤੂੰ ਆਪਣੀ ਜ਼ਾਤ ਦੀ ਵਜ੍ਹਾ ਤੋਂ ਪਰੇਸ਼ਾਨ ਹੋਣਾ ਪਿਆ। ਕਦੀ ਵੀ ਨਹੀਂ। बड़े मामला तो मैं वेखे ने, यकीन मनो अज तक मैं अपनी जात की वजह तो नहीं परेशान होया। तुसी आपे अंदाजा कर लो कि एक वक्त सी मेरे ते 22 मुकदमे सन, पाकिस्तान के मुख्तलिफ शहरों च मुकदमे करवा के मैनू फसा दिता गया। मेरे ते 3 कातलाना हमले होए तो मैं बच निकलिया, कदी भी नहीं परेशान होया, कदी भी नहीं, रत्ती बराबर भी नहीं, जाती तौर पर। गल है वे अज तक भी नहीं, हुण भी नहीं, जेड़ा तुसीं कह रहे हो ना तुहानूं हुण वे ना, हुण भी नहीं मैं, और वैसे भी मैं परेशान नहीं, ना ही अपनी वजह तो ना किसी होर दी वजह तो परेशान नहीं। मैं उंज जरा तबीयत जरा थोड़ी सी बोझल जी हुई है फितरती तौर तबई तौर ते वो है वे कि अपना दे की एतकाद है कि पूरी दुनिया भी छड़ जाए। ਇਹ ਜਿਹੜੇ 2-4 ਸਾਨੂੰ ਵਾਹ ਜੀ ਸ਼ਾਹ ਜੀ ਕਰਨ ਵਾਲੇ ਨੇ, ਉਹ ਵੀ ਛੱਡ ਜਾਣ, ਕੋਈ ਗੱਲ ਨਹੀਂ, ਫਿਰ ਕੀ। ਮੁਬਸ਼ਰ ਸ਼ਾਹ ਨੇ ਆਪਣੀ ਗੱਲ ਕਹਿਣ ਤੋਂ ਨਹੀਂ ਰੁਕਣਾ, ਉਹ ਗੱਲ ਉੱਥੇ ਦੀ ਉੱਥੇ ਹੀ ਰਹਿਣੀ ਹੈ, ਉਹ ਨਹੀਂ ਬਦਲਣੀ। ਜੋ ਹੈ ਮਾਸੀ ਸਾਡਾ ਜ਼ਾਹਿਰ ਤੇ ਬਾਤਨ ਬਰਾਬਰ ਹੈ। ਕਿਸੇ ਦੇ ਬਾੜੇ ਕੋੜ ਹੁੰਦੀ ਜੇ ਨਾ ਤੇ ਮੂੰਹ ਤੇ ਕਹਿ ਦੇਈਦੇ, ਤਾਂ ਕਿ ਅਗਲਾ ਵੀ ਅਗਾਹ ਹੋ ਜਾਏ ਕਿ ਬੰਦਾ ਤੇਰੇ ਬਾਰੇ ਕੋੜਾ ਹੈ। ਮੁਨਾਫਕਤ ਨਾਮ ਦੀ ਚੀਜ਼ ਮੇਰੇ 'ਚ ਹੈ ਹੀ ਨਹੀਂ। ਇਹ ਮੁਨਾਫਕਤ ਹੁੰਦੀ ਜੇ ਕਿ ਸਾਹਮਣੇ ਤੇ ਜੀ ਸਰ ਤੇ ਸਾਈਡ ਤੇ ਜਾ ਕੇ ਮੈਂ ਬਦਖੋਈਆਂ ਕਰਾਂ ਤੇ ਕੋਈ ਗਲਤ ਗੱਲ, ਇਹ ਇੰਜ ਨਹੀਂ, ਮੇਰੇ ਕੋਲ ਹੁੰਦਾ ਹੀ ਨਹੀਂ। ਜੋ ਹੈ ਵੇ ਉਹਦੇ ਸਾਹਮਣੇ ਭਾਈ ਜੀ ਤੂੰ ਇੰਜ ਉਹਨੂੰ ਅਗਾਹ ਕਰ ਦਿਓ। ਇਹ ਮੁਨਾਫਕਤ ਹੁੰਦੀਆਂ ਨੇ, ਉਹ ਨਹੀਂ ਮੇਰੇ ਕੋਲ ਹੁੰਦੀਆਂ। ਤੇ ਬੰਦੇ ਨੂੰ ਖਾਲਸ ਰਹਿਣਾ ਚਾਹੀਦਾ, ਬਿਲਕੁਲ ਖਾਲਸ। ਤੇ ਜਦੋਂ ਵੀ ਤੁਹਾਨੂੰ ਦੁੱਖ ਤੇ ਤਕਲੀਫ ਹੋਵੇ ਤੇ ਅੱਲਾ ਦੇ ਰਸੂਲ ਵਾਸਤੇ, ਅਲ ਹੁബ്ਬੁ ਲਿल्लाह ਵਲ ਬੁਗਦੁ ਲਿल्लाह, ਤੇ ਅੱਲਾ ਦੇ ਰਸੂਲ ਤੋਂ ਇਲਾਵਾ ਤੁਹਾਡੇ ਦਿਲ ਦਿਮਾਗ 'ਚ ਕੋਈ ਨਾ ਆਏ, ਆਪਣੀ ਜ਼ਾਤ ਵਿੱਚ ਆਵੇ ਹੀ ਨਾ, ਜ਼ਾਤ ਨੂੰ ਫਨਾ ਕਰੋ। ਬੜਾ ਕੁਝ ਹੋਇਆ, ਉਹ ਚੀਜ਼ਾਂ ਇੱਥੇ ਬਿਆਨ ਕਰਨ ਵਾਲੀਆਂ ਹੀ ਨਹੀਂ ਹੈ। ਬੜੇ ਵੱਡੇ ਨਾਂ ਨੇ, ਤੁਹਾਨੂੰ ਮੈਂ ਹੁਣੇ ਨਾਂ ਲਵਾਂ ਤੇ ਵਾਕਿਆ ਦੱਸਾਂ, ਤੁਹਾਡੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਏ, ਤੇ ਉਹਦਾ ਮੈਂ ਐਨੀ ਸ਼ਾਹਿਦ। ਤੁਸੀਂ ਕਹਿਣਾ ਹੈ ਕੀ, ਤੇ ਬੜਿਆਂ ਤੋਂ ਤੁਸੀਂ ਬਾਜ਼ਾਨ ਹੋ ਜਾਓਗੇ, ਲੇਕਿਨ ਉਹਨੂੰ ਅੱਜ ਤੱਕ ਉਹ ਸੀਨਾ ਮੁਬਸ਼ਰ ਦੇ ਵਿੱਚ ਦਫਨ ਹੋ ਗਈ ਉਹ ਚੀਜ਼। ਉਹ ਰਾਜ਼ ਹੈ ਤੇ ਉਹ ਲੈ ਕੇ ਕਬਰ 'ਚ ਇੰਝ ਟੁਰ ਜਾਣਾ। ਤੇ ਉਹ ਹੈ ਵੇ ਕਿ ਇਹ ਦੁਨੀਆ ਜ਼ਾਹਰ ਕੁਝ ਹੋਰ ਨਜ਼ਰ ਆਉਂਦੀ ਹੈ, ਅਸਲ ਕੁਝ ਹੋਰ ਹੈ, ਅਸਲ ਕੁਝ ਹੋਰ ਮੁਨਾਫਕਤ ਹੈ। ਪਤਾ ਨਹੀਂ ਕਿਹੜੀ ਗੱਲੋਂ ਹੈ ਇਹ ਚੀਜ਼, ਇਹ ਕੀੜਾ ਕਿੱਧਰ ਨਿਕਲੇਗਾ। ਬਸ ਇਹ ਅਸੀਂ ਚੁੱਪ ਕਰ ਜਾਈਦਾ ਕਿ ਅੱਲਾ ਰਸੂਲ ਨੇ ਫਰਮਾਇਆ ਸੀ ਫਿਤਨੇ ਵਧਣੇ ਨੇ ਕੁਰਬੇ ਕਿਆਮਤ, ਤੇ ਉਹ ਸੁਣ ਕੇ ਨਾ ਤੇ
ਚੁੱਪ ਹੋ ਜਾਈਦਾ ਕਿ ਭਾਈ ਵਧਣਾ, ਤੁਸੀਂ ਆਪੇ ਹੀ ਫਰਮਾਇਆ ਵਧਣੇ ਨੇ ਤੇ ਫਿਰ ਹੁਣ ਵਧੀ ਜਾਂਦੇ ਨੇ ਪਏ, ਹੁਣ ਅਸੀਂ ਤੇ ਵਹਿਨੇ ਆ ਪਏ ਬਸ। ਇਹ ਮਾਮਲਾ अंधा अगरचे बुत हैं जमात की आस्तीनों में, मुझे है हुक्म अज़ान ला इलाहा इल्लल्लाह। बस एक गल है, खत्मे नबूवत दा काम करो, हजूर दी इज्जत दी हिफाजत करो, यकीन मनो अल्लाह रसूल तुहाडी इज्जतां दी हिफाजत करनगे, उन्हां दी इज्जतां दे पहरा दवो, अल्लाह रसूल तुहाडियां इज्जतां दे पहरे देणगे। हज़रत मूसा अलैहिस्सलाम दा एक फरमान है, फरमांदे ने जिहड़ा अल्लाह रसूल दे काम दे विच लग अल्लाह दे कम्मां च लग जांदा है ते अल्लाह ओहदे कम्मां च लग जांदा है। कुरान दी एक आयत जिहदा मफहूम है वे जिहड़ा अल्लाह दा काम करदा है फिर अल्लाह पाक उहनूं उत्थों रिज़क दिंदा है जित्थों ओहदी खबर भी नहीं हुंदी, खुद अल्लाह फिर ओहदा कफील हुंदा है। हस्बुनल्लाहु व निअमल वकील, निअमल मौला व निअमन नसीर। बेशक शाह साहब ਉਹ WhatsApp ਤੇ ਤੁਹਾਡੇ ਕੋਲ ਪੁੱਛਿਆ ਸੀ, ਉਹਦੇ ਬਾਰੇ ਵੀ ਥੋੜਾ ਦੱਸ ਦਿਓ ਸਾਨੂੰ। ਪਰਵੇਜ਼ੀ ਜਿਹੜੇ ਆ परवेजी गुलाम अहमद परवेज नाम का एक बंदा आया सी ते वो अपने आप नूं कहंदा सी अहले कुरान, कुरानिस्ट, और उन्हें कुरान दे उत्ते बड़ा काम अपने ते कीता। दाढ़ी मुंडा सी, फासिको फाजिर आदमी सी, लोकां ने उन्हें आलिम बनाया, लेकिन आलिम ने जाहिल आदमी, बिल्कुल जाहिल जड किस्म दा। ते ਇਹ ਉਹਦੀ ਇੱਕ ਕਿਤਾਬ, ਉਹ ਕਿਤਾਬਾਂ ਤੇ ਉਹਦੀਆਂ ਹੋਰ ਵੀ ਬੜੀਆਂ ਮੇਰੇ ਕੋਲ ਪਈਆਂ ਨੇ, ਇਹ ਸਮਝ ਲਓ ਆਪ ਹੀ ਹਿਸਾਬ ਲਾ ਲਓ ਉਹਦੇ ਕੰਮ ਦਾ ਤੁਸੀਂ ਸਟੈਮਨਾ ਵੇਖੋ। ਮਫਹੂਮੁਲ ਕੁਰਾਨ ਦੇ ਨਾਮ ਤੋਂ ਐਡੀ ਮੋਟੀ, ਇਹ ਵੇਖੋ ਕਿੰਨੇ ਸਫੇ ਹੋਣੇ ਨੇ। ਉਹਦੀ ਕਿਤਾਬਾਂ ਮੋਟੀਆਂ ਮੋਟੀਆਂ ਤੇ ਬੜੀ ਕਿਤਾਬ ਲਿਖੀ ਸੋ, ਯਕੀਨ ਮੰਨੋ ਬੜੀ ਕਿਤਾਬ, 1500 ਸਫਾ ਜੀ, 1500 ਸਫੇ ਦਾ ਸਿਰਫ ਮਫਹੂਮੁਲ ਕੁਰਾਨ ਹੈ, ਸਮਝ ਆਈ ਕਿ ਨਹੀਂ। ਇਹ ਪਰਵੇਜ਼ ਹੈ ਲਿਖਿਆ ਨਾ, ਪਰਵੇਜ਼। ਤੇ ਆਪਣੇ ਆਪ ਨੂੰ ਕੁਰਾਨਿਸਟ ਕਹਿੰਦਾ ਸੀ। ਤੇ ਇਹ ਬਿੰਤੇ ਮਰੀਮ ਨਾਮ ਦੀ ਨਹੀਂ ਹੈ ਯਾਰ, ਇਹ ਕਾਦੀਆਨੀ ਹੈ ਟਾਈਗਰ, ਤੂੰ ਕਿੱਥੋਂ ਆ ਗਿਆ ਏ, ਮਰ ਜੇ। तो तबलीग करो फिर टाइगर साहब। शाह जी ला देंगे। वो चंगी भली गल मैं करदा था पिया, बच्चा आ गया, मजा करखरा जिहा हो जाना। यहाँ ते अजे थोड़ी देर अस ला दिया, तो गल असी अपनी कर ली है। हाँ, ते गुलाम अहमद परवेज ने एवें जबड़ियां मारदा रहा, कोई गल उधर दी, कोई गल उधर दी, कोई गल उधर दी, कोई सुर सुआज ने कोई पता ही नहीं। एक आयत दा तर्जमा ठीक नहीं सु, एक आयत दा तर्जमा ठीक नहीं सु कीता। पता नहीं की करदा रे, सफे काले करी गए, किताबां मोटियां मोटियां, इन्नी लैना ने ओदियां किताबां, यकीन है इन्नी किताब ओदी, होए होए। ते ए सारे है जेड़ा मोहम्मद शेख है या मतलब है बिनते मरियम वाली बराड़ ते इंज दे, ए सारे एदे मुरीद ने। असल जवेद गामदी भी एदे ही मुरीद है, गुलाम अहमद परवेज दा, याद रखिया ने। हदीस नूं ए लोग नहीं मनते, इन्हां दी अपनी अकायद ने, बड़े अजीबो गरीब किस्म दे, किसे नूं ए मनदे को नहीं, किसे दी तकलीद नहीं करदे, किसे बाबे बुजुर्ग नहीं मनदे। ए समझ लो इन्हां सारियां दी विगड़ी हुई सूरत मिर्जा जूनियर जेल में। हाँ भाई समझ आ गई फिर कुछ गुलाम अहमद की समझ शाह साहब, मतलब मुनकरे हदीस सी ते कुरान ओनली सी। कहनू देखो, कहनू लो आंदे नसी अहले कुरान, लेकिन अहले कुरान भी ते हुन कुरान दी ते मनन, कुरान दी भी नहीं ना मनदे। कुरान पता नहीं अहले कुरान किस किस्म दे अहले कुरान, कुरान दी भी नहीं मनदे। हुन उसे कुरान दे विच है कि हदीस नूं मनना जे, हजूर दी हदीसां दे उत्ते, हजूर दी सुन्नत ते भी अमल करना जे, तो उसे सुन्नत का इनकार कर देंगे ने, हदीस का इनकार कर देंगे। वो कुरान दे विच ही है,
ਤੇ ਇਹਦਾ ਮਤਲਬ ਤੁਸੀਂ ਕੁਰਾਨ ਨੂੰ ਵੀ ਨਹੀਂ ਮੰਨਦੇ ਪਏ। ਇਹ ਮਾਮਲਾ ਬਿੰਤੇ ਮਰੀਮ ਦੀ ਰਾਤ ਨੂੰ ਕਈ ਕਿ ਆਮਾ ਜਾ ਕੇ ਪੁੱਛਿਆ, ਮੈਂ ਕਿਹਾ ਤੁਸੀਂ ਆਪਣਾ ਨਮਾਜ਼ ਦਾ ਤਰੀਕਾ ਤੇ ਦੱਸੋ। ਉਹ ਨਮਾਜ਼ ਦਾ ਮੈਂ ਕਿਹਾ ਕਿ ਨਹੀਂ ਪੜ੍ਹਦੇ ਹੋ, ਤੇ ਇੰਜ ਹੱਥ ਚੁੱਕਣੇ ਅੱਲਾਹ। ਮੈਂ ਕਿੱਥੇ ਲਿਖਿਆ ਕੁਰਾਨ ਦੇ ਵਿੱਚ ਹੱਥ ਚੁੱਕਣ ਦਾ ਤਰੀਕਾ, ਦੱਸੋ। ਕੋਈ ਨਹੀਂ ਅੱਜ ਤੱਕ ਨਹੀਂ ਮੈਨੂੰ ਦੱਸ ਸਕੇ। ਮੈਂ ਕਿਹਾ ਹੱਥ ਕਿੰਜ ਬੰਨਦੇ ਹੋ, ਇੰਜ ਬੰਨਣੇ। ਮੈਂ ਕਿਹਾ ਕਿੱਥੇ ਕੁਰਾਨ ਚ ਲਿਖਿਆ ਇੰਜ ਬੰਨਣੇ? ਆਹੋ, ਸਾਰੀ ਨਮਾਜ਼ ਤੇ ਟੋਟਲੀ ਹਜ਼ੂਰ ਨੇ ਸਿਖਾਈ ਹੈ ਸਾਨੂੰ। ਕੁਰਾਨ ਨੇ ਤੇ ਇਤਨਾ ਕਿਹਾ ਕਿ ਨਮਾਜ਼ ਅਦਾ ਕਰੋ, ਬਸ। ਉਹਨੇ ਤਰੀਕਾ ਤਾਂ ਨਹੀਂ ਦੱਸਿਆ ਸਾਨੂੰ। ਤੁਸੀਂ ਤੇ ਕੁਰਾਨ ਨੂੰ ਵੀ ਨਹੀਂ ਨਾ ਮੰਨਦੇ ਪਏ। ਕੁਰਾਨ ਨੂੰ ਤੂੰ ਮੰਨੋਗੇ ਤੇ ਫਿਰ ਮੰਨਦੇ ਹੀ ਨਹੀਂ ਤੁਸੀਂ। ਮਨ ਮਾਨੀ ਤਸ਼ਰੀਹਾਤ, ਮਨ ਮਾਨੇ ਮਾਮਲਾਤ, ਜਿੱਦਾਂ ਦਿਲ ਕਰਦਾ ਹੈ ਮੂੰਹ ਚੁੱਕ ਕੇ ਜੋ ਮਰਜ਼ੀ ਲੁਕਮਾ ਆਪਣਾ ਕੁਰਾਨ ਦੇ ਮੂੰਹ ਚ ਘੁਸੇੜ ਦਿਓ, ਲੁਕਮਾ ਆਪਣਾ ਕੁਰਾਨ ਦੇ ਮੂੰਹ ਚ ਤੁੰਨ ਦਿਓ, ਵੇਖੀ ਜਾਏਗੀ। ਮਿਰਜ਼ਾ ਜੂਨੀਅਰ ਜੇਲਮੀ ਨੇ ਵੀ ਤੇ ਇਹੋ ਡਰਾਮੇ ਕੀਤੇ ਨੇ। ਇਹਦਾ ਵੇਖੋ ਪਹਿਲਾ ਰਿਸਰਚ ਪੇਪਰ ਹੈ, ਪਹਿਲਾ ਰਿਸਰਚ, ਪਹਿਲੀ ਕੁਰਾਨ ਦੀ ਆਇਤ ਇੱਥੇ ਲਿਖੀ ਹੈ ਸੂਰਾ ਹਿਜਰ ਦੀ ਆਇਤ 9। ਉਹ ਤਰਜਮਾ ਉਹ ਲਿਖਿਆ ਸੋ ਜਿਹੜਾ ਕੁਰਾਨ ਚ ਹੈ ਹੀ ਨਹੀਂ। ਇੰਜ ਕਰਦੇ ਨੇ ਪਏ। ਉਰਦੂ ਹਦੀਸ ਲਿਖ ਦੇਣਗੇ, ਉਰਦੂ ਇੱਥੇ ਜਿੰਨੀਆਂ ਵੀ ਹਦੀਸਾਂ ਲਿਖੀਆਂ ਨੇ ਤਰਜਮਾ ਸਹੀ ਹਦੀਸ, ਕੋਈ ਇੱਕ ਵੀ ਹਦੀਸਾਂ ਚ ਹੈ ਹੀ ਨਹੀਂ। ਡਰਾਮੇਬਾਜ਼ੀਆਂ ਨੇ, ਕੀ ਕਰੋ ਤੁਸੀਂ? ਇਹਦਾ ਹੱਲ ਨਹੀਂ ਕੋਈ ਹੈ। ਜਿਹਦਾ ਦਿਲ ਕਰਦਾ ਮਨ ਮਾਨੇ ਕੁਰਾਨ ਦੀ ਆਇਤ ਦਾ ਸਿਰਫ ਨੰਬਰ ਬਤਾਏਗਾ ਤੇ ਤਰਜਮਾ ਦੱਸ ਦੇਗਾ। ਉਹ ਤਰਜਮਾ ਉਹਦਾ ਆਪਣਾ ਹੁੰਦਾ। ਹਦੀਸ ਬੁਖਾਰੀ ਦੀ ਇੰਟਰਨੈਸ਼ਨਲ ਹਦੀਸ ਹੈ, ਉਹਦੇ ਚ ਇਹ ਲਿਖਿਆ ਵੇ ਯਾਰ, ਉਹਦੇ ਚ ਤੇ ਹੈ ਹੀ ਕੋਈ ਨਹੀਂ। ਕਿਉਂ ਝੂਠ ਬੋਲਣਾ ਪਿਆ? ਉਹ ਇਹ ਹੋਇਆ ਰੌਲਾ ਕਿ ਇਹ ਜਿਹੜੀ ਸਾਡੇ ਨੌਜਵਾਨ ਤਬਕਾ ਹੈ ਨਾ, ਇੰਨਾ ਕੋ ਮਜ਼ਹਬ ਬੇਜ਼ਾਰ ਹੋ ਚੁੱਕਿਆ, ਅਸਲ ਚ ਦੀਨ ਬੇਜ਼ਾਰ ਹੋ ਚੁੱਕੇ, ਕੁਰਾਨ ਬੇਜ਼ਾਰ, ਹਦੀਸ ਬੇਜ਼ਾਰ ਹੋ ਚੁੱਕੇ। ਉਹਨਾਂ ਨੂੰ ਬੇਜ਼ਾਰ ਕੀਤਾ ਗਿਆ ਇੱਕ ਪਲੈਨਿੰਗ ਦੇ ਤਹਿਤ। ਔਰ ਉਲਮਾ ਦਾ ਸਭ ਤੋਂ ਪਹਿਲੇ ਇਹਨਾਂ ਦਾ ਵਾਰ ਹੁੰਦਾ ਉਲਮਾ ਤੋਂ ਬੇਜ਼ਾਰ ਕਰੋ, ਤਾਂ ਕਿ ਉਲਮਾ ਦੇ ਕਰੀਬ ਜਾਣਗੇ ਨਹੀਂ ਸਾਡੇ ਮੁਰੀਦੀਨ, ਤੇ ਇਹਨਾਂ ਨੂੰ ਸੱਚੀ ਗੱਲ ਸਮਝ ਉੱਥੋਂ ਆਏਗੀ ਨਹੀਂ, ਕਿਉਂਕਿ ਉਹ ਸੱਚੀਆਂ ਕਰਦੇ ਨੇ। ਤੇ ਉਹ ਤੁਹਾਨੂੰ ਪਤਾ ਡੱਬੇ ਪੀਰ, ਜੈਲੀ ਪੀਰ ਜਿਹੜੇ ਹੁੰਦੇ ਨੇ, ਅਕਸਰ ਆਪਣੇ ਮੁਰੀਦੀਨ ਨੂੰ ਇਹ ਕਹਿੰਦੇ ਨੇ, ਉਹ ਮੌਲਵੀਆਂ ਤੋਂ ਦੂਰ ਰਿਹਾ ਜੇ। ਇਹ ਸੁਣਿਆ ਹੋਏਗਾ ਤੁਸੀਂ, ਉਹ ਮੌਲਵੀਆਂ ਤੋਂ ਦੂਰ ਰਿਹਾ ਜੇ। ਉਹ ਗੱਲ ਇਹ ਹੁੰਦੀ ਹੈ ਕਿ ਮੌਲਵੀ ਅਸਲ ਹਕੀਕਤ ਸਾਰੀ ਜਾਣਦੇ ਨੇ, ਤੇ ਉਹ ਪੀਰ, ਜੈਲੀ ਪੀਰ ਜਿਹੜਾ ਹੁੰਦਾ ਨਾ, ਉਹ ਉਹਨਾਂ ਤੋਂ ਦੂਰ ਰੱਖਦਾ ਕਿ ਯਾਰ ਉਲਮਾ ਦੇ ਕੋਲ ਇਹਨਾਂ ਨਾ ਜਾਣ ਦਿਓ ਮੁਰੀਦਾਂ ਨੂੰ, ਨਹੀਂ ਤੇ ਕੰਮ ਕੁਝ ਹੋਰ ਹੋ ਜਾਣਾ। ਉਹਦੇ ਉਸ ਡੱਬੇ ਪੀਰ ਦਾ ਜਿਹੜਾ ਇਲਾਕੇ ਦਾ ਮਸ਼ਹੂਰ ਮੁਫਤੀ ਜਾਂ ਆਲਿਮ ਹੋਏਗਾ ਨਾ, ਉਹਦੇ ਤੋਂ ਬੇਜ਼ਾਰ ਕਰੇਗਾ। ਤੇ ਮੇਰੀ ਕੌਮ ਜਿਹੜੀ ਹੈ ਨਾ, ਉਹਦੇ ਤੋਂ ਦੂਰ ਰਵੇ, ਕਿਉਂਕਿ ਉਹ ਸਾਰੀ ਹਕੀਕਤ ਜਾਣਦਾ। ਇੱਕ ਤੇ ਉਹ ਇਲਾਕੇ ਦਾ, ਦੂਸਰਾ ਉਹ ਆਲਿਮ ਹੈ। ਇਹਦੇ ਤੋਂ ਦੂਰ ਕਰੋ ਕਿਸੇ ਤਰੀਕੇ। ਇਹ ਤਮਾਮ ਇਹ ਤਰੀਕਾ ਵਾਰਦਾਤ ਤਮਾਮ ਝੂਠੇ ਲੋਕਾਂ ਦਾ, ਸਮਝ ਆਈ ਕਿ ਨਹੀਂ? ਉਲਮਾ ਤੋਂ ਬੇਜ਼ਾਰ ਕਰਨਗੇ, ਦੂਰ ਕਰਨਗੇ। ਬਿਲਕੁਲ ਸਾਸ਼ਾ ਮੈਂ ਨਾ ਸਾਨੂੰ 8-10 ਸਾਲ ਹੋਏ ਪੜ੍ਹਦਿਆਂ, ਸਾਰੀ ਜ਼ਿੰਦਗੀ ਯਕੀਨ ਜਾਨੋ ਰਾਤੋਂ ਰਾਤ ਜਾਗਣਾ ਕਰਨਾ, ਪੜ੍ਹਨਾ ਕਰਨਾ। ਦਾਰਾ ਬਾਈ ਅਦਰੀ ਬੁਦਰ ਮਨੋ ਹਵਾਦਾਰੀ ਬਨੋ ਅਧੂਰੀ ਬਾਈ ਉਦਰਾ ਬੁਦਰ ਬਨੋ ਸਾਕ ਮਦਰੂ ਲੰਮੀ ਅਦਰੀ ਲੰਮੀ ਉਦਰਾ ਲਾਈ ਅਦਰੀ ਲਾਈ ਉਦਰਾ ਲਾਈ ਅਦਰੀ ਲਾਈ ਉਦਰਾ ਲਾਈ ਅਦਰੀ ਬਣਾ ਲਾਈ ਉਦਰਾ ਬਣਾ ਲਮਰੋ ਮੈਨੂੰ ਅਦਰੀ ਲੈ ਤੁਦਰ ਰੱਟੇ ਲਾਣੇ ਕਰਨੇ। ਅੱਜ ਸਾਨੂੰ ਆਂਦਾ ਹੈ ਯਾਰ ਦੀਨ ਏਡਾ ਹੀ ਆਸਾਨ ਸੀ, ਮੁਬਸ਼ਰ ਸ਼ਾਹ, ਤੇ ਤੂੰ ਖਪਾ ਕੇ ਆ ਗਿਆ। 4 ਸਾਲ ਮੈਨੂੰ ਤਖਸੁਸ ਫਿਲ ਫਿਕਰ ਨੂੰ ਲੱਗੇ, 8 ਸਾਲ ਇਹ ਕਰ ਲੋ, ਕਿੰਨੇ 12 ਸਾਲ ਜ਼ਿੰਦਗੀ ਤੇ ਤੂੰ ਐਵੇਂ ਹੀ ਬਰਬਾਦ ਕਰ ਛੜੇ। ਦੀਨ ਤੇ ਏਡਾ ਆਸਾਨ ਹੈ, ਬਸ ਇੱਕ ਵੀਡੀਓ ਸੁਣੋ ਕਿਸੇ ਮਿਰਜ਼ਾ ਜੂਨੀਅਰ ਜੇਲਮੀ ਦਿੱਤਾ, ਦੀਨ ਤੁਹਾਨੂੰ ਇੰਝ ਸਮਝ ਆ ਜਾਣਾ। ਕੁਰਾਨ ਦੀ ਇੰਝ ਤਰਜਮੇ ਕਰਿਆ ਗਿਆ ਜੇ ਫਿਰ। ਆਹੋ, ਉਹ ਅੱਜ ਸਾਨੂੰ ਮਹਿਸੂਸ ਹੋ ਰਿਹਾ, ਉਹ ਕੀ ਇੰਗਲਿਸ਼ ਕਹਿੰਦੇ ਗਲਤੀ ਫੀਲ ਕਰ ਰਹੇ ਆ। ਕਿੱਡਾ ਹੀ ਆਸਾਨ ਸੀ ਯਾਰ, ਕਿ ਸਭ ਤੂੰ ਬਰਬਾਦ ਕਰ ਰਹੇ ਹੈ। ਤੇ ਸਾਡੇ ਸਾਰੇ ਮੁਦਰਿਸੇ ਤੇ ਆਲਿਮ ਤੇ ਫਾਜ਼ਲ ਜਿਨ੍ਹਾਂ ਦੀਆਂ ਜ਼ਿੰਦਗੀਆਂ ਬਸਰ ਹੋ ਗਈਆਂ ਇਲਮ ਦੇ ਵਿੱਚ, ਕਿਤਾਬੋਂ ਖਲੋ, ਸਭ ਬਰਬਾਦ ਸੀ। ਕਿ ਦੀਨ ਚੁੱਟ ਗਿਆ ਜੀ, ਤੁਹਾਨੂੰ ਸਮਝ ਆ ਗਿਆ ਇੰਝ ਕਰਕੇ, ਕੁਰਾਨ ਦੀ ਆਇਤ ਸਮਝ ਆ ਗਈ ਤੇ ਹਦੀਸ ਵੀ ਸਮਝ ਆ ਗਈ। ਬੜੀ ਗੱਲ ਹੈ ਯਾਰ, ਉਹ ਅੱਜ ਫਲਸਫਾ ਅੱਜ ਤੱਕ ਨਹੀਂ ਮੈਨੂੰ ਸਮਝ ਆ ਰਿਹਾ।
ਇਹ ਫਲਸਫਾ ਕੀ ਹੈ? ਜੱਟ ਸਾਹਿਬ ਤੁਹਾਨੂੰ ਸ਼ਾਇਦ ਸਮਝ ਆਇਆ ਹੋਵੇ, ਦੱਸੋ ਕੁਝ। ਸ਼ਾਹ ਸਾਹਿਬ ਫਲਸਫਾ ਹੈਗੀ ਹੈ ਕਿ ਉਹ ਦੂਜਾ ਬੰਦਾ ਜਿਹੜਾ ਹੈਗਾ ਸਾਹਿਲ ਅਦੀਮ, ਉਹਨੂੰ ਵੀ ਤੁਸੀਂ ਸੁਣਿਆ ਹੋਵੇਗਾ। ਜਦੋਂ ਇਦਾਂ ਦੇ ਬੰਦੇ YouTube ਤੇ ਬੈਣ ਕੇ ਲੋਕਾਂ ਨੂੰ ਇਸਲਾਮ ਇੰਨਾ ਸੌਖਾ ਕਰਕੇ ਦੱਸਣਗੇ ਕਿ ਵੀ ਇਸਲਾਮ 'ਚ ਤੇ ਇਹ ਚੀਜ਼ ਵੀ ਨਹੀਂ, ਉਲਮਾ ਨੇ ਆਪਣੇ ਕੋਲੋਂ ਪਾਈ ਆ ਵੀ ਨਹੀਂ ਹੈਗਾ, ਆ ਵੀ ਨਹੀਂ ਹੈਗਾ, ਤੇ ਲੋਕਾਂ ਨੇ ਤੇ ਗੁੰਮਰਾਹ ਹੋਣਾ ਹੀ ਆ। ਕਿਉਂਕਿ ਜਿਤਨੀ ਮੇਰੀ ਸੋਚ ਹੈ ਸ਼ਾਹ ਸਾਹਿਬ, ਮੈਨੂੰ ਲੱਗਦਾ ਕਿ ਸਾਹਿਲ ਵਰਗੇ ਜਿਹੜੇ ਲੋਕੀ ਆ ਗਏ ਨਾ ਸੋਸ਼ਲ ਮੀਡੀਆ ਤੇ, ਆਵਾਮ ਇਹਨਾਂ ਲੋਕਾਂ ਨੂੰ ਪਸੰਦ ਕਰਦੀ ਹੈ ਕਿ ਇਹ ਇਹਨਾਂ ਨੂੰ ਇਸਲਾਮ ਤੋਂ ਹਟ ਕੇ ਉਹ ਚੀਜ਼ਾਂ ਦੱਸਦੇ ਆ ਕਿ ਕਹਿੰਦੇ ਆ ਕਿ ਵੀ ਇਹ ਚੀਜ਼ਾਂ ਤੇ ਇਸਲਾਮ 'ਚ ਹੈ ਹੀ ਨਹੀਂ ਜਿਹੜੇ ਤੁਹਾਨੂੰ ਅੱਜ ਤੱਕ ਉਲਮਾ ਦੱਸਦੇ ਰਹੇ ਆ, ਜਿੰਨਾ ਮੈਨੂੰ ਪਤਾ। ਉਹ ਐ ਵੀ ਪਸੰਦ ਕਰਦੇ ਨੇ ਨਾ, ਸਾਨੂੰ ਇਹ ਸਭ ਟ੍ਰਿਕ ਸਾਨੂੰ ਹੁੰਦੇ ਨੇ। ਯਕੀਨਨ ਅੱਜ ਮੈਂ 3 ਪੀਸ ਪਾ ਲੈਣਾ ਵਾ, ਦਾੜੀ ਛੋਟੀ ਛੋਟੀ ਕਰ ਲਵੋ ਤੇ ਇਹ ਬਾਲ ਬਖੇਰ ਲੋ ਇੰਜ ਕਰਕੇ, ਤੇ ਇਹ ਗਿੱਡਾਂ ਗੁੱਡਾਂ ਥੋੜੀਆਂ ਲੱਗੀਆਂ ਹੋਣੀਆਂ ਚਾਹੀਦੀਆਂ ਨੇ, ਚਰਸ ਦਾ ਸੂਟਾ ਲਾ ਕੇ ਉਹ ਟੁੰਨ ਹੋ ਕੇ ਬਿਲਕੁਲ, ਤੇ ਕੈਮਰੇ ਦੇ ਸਾਹਮਣੇ ਆ ਜਾਓ। ਇਹ ਕਿਤਾਬਾਂ ਕਤੂਬਾਂ ਨਾ ਪਿੱਛੇ ਹੋਣ, ਨਹੀਂ ਇਹ ਨਹੀਂ ਕਿਤਾਬ ਨਹੀਂ, ਤੇ ਬਸ ਇੱਕ ਇੱਧਰ ਦੀ ਛੱਡੋ, ਇੱਕ ਇੱਧਰ ਦੀ ਛੱਡੋ, ਇੱਕ ਇੱਧਰ, ਤੇ ਉਹਨੂੰ ਲੋਕ ਮੈਨੂੰ ਉਹਨਾਂ ਨੇ ਲੋਕਾਂ ਨੇ ਬਣਾ ਦੇਣਾ ਮੋਟੀਵੇਸ਼ਨਲ ਸਪੀਕਰ, ਇਹ ਸਰ ਮੁਬਸ਼ਰ ਸ਼ਾਹ। ਇਹਦੇ ਡਰਾਮੇ ਨੇ ਯਾਰ ਕੀ ਕਰੀਏ, ਉਹ ਮੋਟੀਵੇਸ਼ਨਲ ਸਪੀਕਰ ਬਣੇ ਜੇ, ਜੋ ਚਰਸੀਏ ਮਵਾਲੀਏ ਭੰਗੀਏ ਪੋਸੀ, ਉਹ ਮੋਟੀਵੇਸ਼ਨਲ ਸਪੀਕਰ। ਉਹ ਸਾਹਿਲ ਦੀਮ ਜਿਹਦਾ ਨਾਂ ਤੋਂ ਉਹਦੇ ਵਿਚਾਰੇ ਦੀ ਅੱਜ ਤੱਕ ਮੈਨੂੰ ਸਮਝ ਹੀ ਨਹੀਂ, ਇਹ ਬੰਦਾ ਬੁਲਾ ਕੀ ਕਿੱਦਾਂ ਕੀ ਹੈ ਪਿਆ। ਇੱਕ ਇਹਦੀ ਲੱਤ ਕਿਧਰੇ ਹੋਰ ਜਾ ਰਹੀ ਹੁੰਦੀ ਹੈ, ਕਿਧਰੇ ਹੋਰ, ਯਕੀਨ ਜਾਣੋ ਜਿਵੇਂ ਉਹ ਬੰਦਾ ਸ਼ਰਾਬੀ ਟੁਰਦਾ ਜਾਂਦਾ ਨਾ, ਇੱਕ ਲੱਤ ਉਹਦੀ ਕਿਧਰੇ ਹੋਰ, ਤੇ ਕਿਧਰ ਤੇ ਸਿਰ ਕਿਧਰੇ ਹੋਰ ਜਾ ਰਿਹਾ ਹੁੰਦਾ ਤੇ ਖੁਦ ਕਿਧਰੇ ਹੋਰ ਜਾ ਰਿਹਾ ਹੁੰਦਾ। ਉਹ ਇੰਜ ਦੀ ਉਹਦੀ ਗੁਫ਼ਤਗੂ ਇੰਜ ਦੀ ਹੁੰਦੀ, ਕੋਈ ਸਿਰ ਪੈਰ ਹੀ ਕੋਈ ਨਹੀਂ। ਕਦੀ ਇੱਕਦਮ ਹਾਈਪਰ ਹੋ ਜਾਏਗਾ ਤੇ ਚੜ ਜਾਏਗਾ, ਕਦੀ ਇੱਕਦਮ ਥੱਲੇ ਆ ਜਾਏਗਾ। ਉਹ ਵਿਚਾਰਾ ਕੋਈ ਮਾਯੂਸ ਕਿਸਮ ਦਾ ਨਫਸੀਆਤੀ ਮਰੀਜ਼ ਜਿਹਾ ਹੈ ਕੋਈ, ਉਹ ਲੈ ਜਾਂਦਾ ਕੀ ਐਟਮ ਹੈ ਉਹ, ਤੇ ਇੰਜ ਦੇ ਨੇ ਸਾਰੇ ਆ। ਮਿਰਜ਼ਾ ਜੂਨੀਅਰ ਜੇਲਮੀ ਉਹ। ਮੈਂ ਅਸਲ 'ਚ ਬੇਸਿਕਲੀ ਤਬੀਬ, ਹਕੀਮ, ਸਾਡੇ ਖਾਨਦਾਨੀ ਸ਼ੋਬਾ ਤਿਬ ਤੇ ਟੀਚਿੰਗ, ਇਹ 2 ਸ਼ੋਬੇ ਸਾਡੇ ਖਾਨਦਾਨੀ ਨੇ। ਅੱਛਾ, ਤੇ ਅਸੀਂ ਫੇਸ ਰੀਡਿੰਗ ਕਰਨੀ ਹੈ, ਫੇਸ ਤੋਂ ਬੜਾ ਕੁਝ ਪਤਾ ਚੱਲਦਾ। ਕਈ ਮਰਜ਼ਾਂ ਦਾ ਪਤਾ ਫੇਸ ਤੋਂ ਲੱਗਦਾ, ਕਈ ਬੰਦੇ ਦੀ ਚੀਜ਼ਾਂ ਮਜ਼ਾਜ ਜਿਹੜੇ ਹੁੰਦੇ ਨੇ, ਜਿनको ਅਖਲਾਤੇ ਅਰਬਾ ਕਹਿੰਦੇ ਨੇ, ਉਹ ਫੇਸ ਤੋਂ ਪਤਾ ਚੱਲ ਜਾਂਦੇ ਨੇ, ਠੀਕ ਹੈ। ਤੇ ਉਹਦੇ ਤੋਂ ਫਿਰ ਬੰਦੇ ਦੀ ਸਾਰੀ ਨੇਚਰ, ਤਬੀਅਤ, ਸਭ ਕੁਝ ਪਤਾ ਚੱਲਦੀ ਹੈ। ਮਿਰਜ਼ਾ ਜੂਨੀਅਰ ਜੇਲਮੀ ਇਹਨੂੰ ਮੈਂ ਬੜੀ ਪੁਰਾਣੀਆਂ ਗੱਲਾਂ ਨੇ, ਉਦੋਂ ਹੀ ਮੈਂ ਇਹਦੇ ਫੇਸ ਰੀਡ ਕਰਕੇ ਮੈਂ ਕਿਹਾ ਇਹ ਬੰਦਾ ਤੇ ਵਿਚਾਰਾ ਮਾਯੂਸ ਜਿਹਾ ਕੋਈ, ਔਰ ਇਹਦੇ ਵਿੱਚ ਬਿਲਕੁਲ ਥੱਕਿਆ ਹੈ ਨਾ, ਜ਼ਮਾਨੇ ਦਾ ਥੱਕਿਆ ਹੋਇਆ ਇਨਸਾਨ। ਇਹ ਮਾਮਲਾ ਇੰਜ ਦੇ ਮਾਮਲਾਤ में चलता है पिया। बस कुरबे क़यामत फितने ने वधना है, अजे वधना है, अजे कुछ भी नहीं अजे होया, अजे तो होर बड़ा वधना है। और तुसी वेख्या जे 10 कुछ साल गुजरन दिओ, तुसी बंदा वेखो की फितरिया ना पढ़ना है जे जमाना। ते फितनिया नू मजीद फैलाने वास्ते सपोर्टरान ने चीज़ां ना, टिकटॉक, यूट्यूब, फेसबुक, व्हाट्सएप, स्नैक वीडियो ते चैट, स्नैपचैट ते ये वो ड्रामे, ए मुआमनत देंदियां ने, ए करिंदे ने उस दज्जाल दे, यानी दज्जाली करिंदे, ओदी फौज है। ਬਿਲਕੁਲ ਨਹੀਂ ਤੇ ਸ਼ਾਹ ਸਾਹਿਬ ਇਹ ਪਿੱਛੇ ਇਹਨਾਂ ਨੇ ਚਵਲ ਤੇ ਮਾਰੀ ਸੀ, ਤੁਸੀਂ ਸੁਣੀ ਹੋਵੇਗੀ ਕਿ ਸਾਹਿਲ ਨੇ ਤੇ ਇੱਕ ਦੂਜੇ ਜਿਹੜੇ ਮੋਟੀਵੇਸ਼ਨਲ ਸਪੀਕਰ ਹੈ, 4-5 ਮੁੰਡੇ ਵਿਕਾਸ ਹੋਰੀ ਹੋ ਗਏ, ਇੱਕ ਦੋ ਵਾਰੀ ਮੈਂ ਉਹਨਾਂ ਨੂੰ ਸੁਣਿਆ। ਉਹਨਾਂ ਨੇ ਤੇ ਕਿਹਾ ਸੀ ਕਿ ਜਦੋਂ ਦਜਾਲ ਆਵੇਗਾ ਤੇ ਸਹੀ ਕਹਿੰਦੇ ਸਹੀ ਹਦੀਸ ਹੈ ਕਿ ਅੱਲਾ ਮਾਫ ਕਰੇ, ਸਭ ਤੋਂ ਜ਼ਿਆਦਾ ਉਹਦੇ ਨਾਲ ਜਿਹੜੇ ਉਲਮਾ ਹੋਣਗੇ ਉਹ ਜਾਣਗੇ ਉਹਦੇ ਪਿੱਛੇ। ਦੇਖੋ ਕਿੰਨਾ ਝੂਠ ਹੈ ਨਾ ਇਹੋ ਹੀ ਹੈ ਨਾ, ਲੁਕਮਾ ਆਪਣੇ ਹਦੀਸ ਦੇ ਮੂੰਹ ਦੇ ਵਿੱਚ ਟੰਗ ਛੜਿਆ ਯਾਰ। ਇੰਜ ਦੀਆਂ ਹਦੀਸਾਂ ਬਣਾਉਣੀਆਂ ਮੇਰਾ ਵੀਰ ਕੋਈ ਮੁਸ਼ਕਲ ਨਹੀਂ। ਮੈਂ ਆਲਿਮ ਆਦਮੀ ਹਾਂ, ਮੈਂ ਤੁਹਾਨੂੰ 1000 ਹਦੀਸ ਇੰਜ ਬਣਾ ਕੇ ਲੋਕਾਂ ਨੇ ਮੇਰੇ ਤੇ ਯਕੀਨ ਵੀ ਕਰ ਲੈਣਾ ਹੈ ਕਿ ਬੰਦਾ ਮੁਫਤੀ ਆਲਿਮ ਫਾਜ਼ਿਲ ਹੈ ਤੇ ਝੂਠ ਨਹੀਂ ਬੋਲਦਾ ਹੈਗਾ।
ਮੈਂ ਤੁਹਾਨੂੰ ਇੰਜ ਦਿਸਾਂ, ਸਿਰਫ ਮੈਨੂੰ ਥੋੜਾ ਜਿਹਾ ਬਗੈਰਤ ਹੋਣਾ ਪੈਣਾ ਹੈ, ਹੋਰ ਕੋਈ ਵੱਡੀ ਗੱਲ ਨਹੀਂ। ਬਗੈਰਤ ਹੋ ਜਾਓ ਤੇ ਦਿਸਾਂ ਤਿਆਰ ਲਵੋ ਮੇਰੇ ਕੋਲ ਜਿੰਨੀਆਂ ਮਰਜ਼ੀ। ਹਮ ਤਾਂ ਸਿਰਫ ਅੱਲਾਹ ਰਸੂਲ ਦਾ ਖੌਫ ਮਾਰਦਾ ਹੈ, ਸਿਰਫ ਅੱਲਾਹ ਰਸੂਲ ਦਾ ਖੌਫ ਮਾਰਦਾ। ਅਸੀਂ ਤਾਂ ਸਿਰਫ ਆਪਰੇਸ਼ਨ ਕਰਨ ਵਾਲੇ ਲੋਕ ਹਾਂ। ਮਤਲਬ ਕਦੀ ਨਹੀਂ ਤੁਸੀਂ ਮੇਰੇ ਮੂੰਹ ਚੋਂ ਕਦੀ ਨਹੀਂ ਸੁਣੋਗੇ ਕੁਰਾਨ ਦੀ ਐਵੇਂ। ਮੈਂ ਕਿਉਂ ਪੇਸ਼ ਕਰਾਂ ਭਾਈ, ਮੈਨੂੰ ਮੈਂ ਇੰਨੇ ਜੋਗਾ ਹੀ ਨਹੀਂ। ਮੈਂ ਹਾਂ ਦੂਜੇ ਦਾ ਕੁਰਾਨ ਦੀ ਪੇਸ਼ ਕੀਤਾ, ਉਹਦੇ ਉੱਤੇ ਮੈਂ ਮੁਆਕਬਾ ਇਹਨੂੰ ਕਰਨਾ ਕਹਿੰਦਾ, ਮੁਆਕਬਾ ਜ਼ਰੂਰ ਕਰਾਂਗਾ, ਤਾਕੁਬ ਕਰਨਾ, ਪਕੜ ਕਰਨਾ ਕਿ ਇਹ ਤੂੰ ਜਿਹੜਾ ਪੇਸ਼ ਕੀਤਾ ਦੱਸ ਕਿੱਥੇ। ਲੇਕਿਨ ਆਪਣੇ ਤੋਂ ਕੋਲੋਂ ਮੈਂ ਨਹੀਂ ਭਾਈ, ਇੰਨੀ ਜ਼ਰੂਰਤ ਨਹੀਂ ਮੇਰੇ 'ਚ। ਸਾਨੂੰ ਡਰ ਲੱਗਦਾ ਭਾਈ ਜੀ। ਇਹ ਨਹੀਂ ਕਿ ਕੁਰਾਨ ਦੀ ਸੁਣਦਾ ਨਹੀਂ, ਸਾਰੀ ਜ਼ਿੰਦਗੀ ਮੇਰੀ ਐਸੇ ਕੰਮ 'ਚ ਗੁਜ਼ਰੀ ਹੈ। मैं टीचर, मैं मेरे उलमा और मुफ्ती तक मेरे शागिर्द ने जिन्होंने मैं पढ़ाया है। यह नहीं कि सानू हुंदा नहीं ते तां नहीं बयान करते, नहीं, अल्लाह को डर बड़ा लगता है। असी तो जो दिफाई जंग लड़ रहे हैं, पूरी जिंदगी मेरी दिफाई जंग च गुजरी है कि जेड़े अटैक हो रहे हैं उन्होंने रोकने, इंज करके रोकने। अपनी तरफों तो अज तक नहीं मैं कुछ पेश किया, ना कभी कोई शरी मसला पेश किया, ना कोई कुरान दी इस पेश किया, कुछ नहीं। मैं इकरार कर रहे हैं, इकरार कर रहे हैं, मैं सच्चियां गल्लां ने। असीं तां दिफाई जंग लड़ रहे हैं अजे तक, नहीं तो मसले बनाना यकीन जानो चुटकियां दा खेड है। हाँ ये तो मिर्जा जूनियर जेलवी नूं तां बेचारे नूं अरबी आंदी कोई नहीं, अगर इनूं आंदी हुंदी ते किताबां 'च जो लिखिया आवे वो पेश करदा ते फितना दा एक वड्डा दरवाजा खुलना सी। ये ते अजे इनूं नहीं हुंदी ते ये ड्रामे हो रहे ने ते सानूं ते पता भी है, क्योंकि उलमा नूं पता हुंदा है ना असल चीज़ दा। वो बड़े बड़े मसाइल ने लिखे हुए, क्या उन्होंने नसीह लिया के ये, हालांकि उसूल ही नहीं है, अवाम नूं सिर्फ वो मसला दसा जे जिहड़ी उन्हां दी जरूरत होए। वो भी हुक्म शरीयत है कि उन्होंने अलग करके दसिया जाए। इंज सोशल मीडिया तो सरेआम इंज करके नहीं नहीं नहीं, क्योंकि मुख्तलिफ मज़ाहिब के लोग बैठे ने, वो कुछ उहदे तो मुराद कुछ होर लैणगे। ते यह मामलात ने बस तुम दसिया ना, बंदा थोड़ा जिहा बगैरत हो जाए, बगैरत होना पेगा, अल्लाह रसूल दा खौफ भुल जाए। नोट बड़े बड़े नोट, यकीन मनो, शोहरत बड़ी, ऐसे ऐसे मसले तुहानूं सुनाइए, हवाले भी देंगे असीं ते झंडे ते आपे कड्डे जाने ने। मुफ्ती बशर है बंदा इन्हें एक नवी गल कढ के लियाई है। मशहूरियां वेखो बड़ियां, पैसा भी बड़ा, नोट भी बड़े, बंदे भी अगे पिछे। हुण हर एक नूं मैं राजी करना। ਜਿਹੜੀ ਕੁੜੀ जनाब ਇਹ ਬੋਦੇ ਸ਼ੋਦੇ बना के पप्पू शप्पू बन के सोशल मीडिया ਤੇ आ रही है, ਹੁਣ ਉਹਨੂੰ ਨਾਲ ਦਲੀਲ ਮਿਲ ਜਾਏ ਅਗਰ ਕੋਈ ਕੁਰਾਨ ਦੀ ਸੀ, ਉਹਦੀਆਂ ਤੇ ਲੱਗ ਗਈਆਂ ਮੋਜਾਂ, ਤੇ ਉਹ ਕੁੜੀ ਨੇ ਤੇ ਅੱਗੇ ਮੇਰੇ ਹੀ ਅੱਗੇ ਪਿੱਛੇ ਹੋਣਾ ਕਿ ਨਹੀਂ ਹੋਣਾ। ਤੇ ਉਹ ਮੁੰਡੇ ਕੇ ਜਿਹੜੇ ਆ ਕੁੜੀਆਂ ਨਾਲ ਅੱਜ ਕੱਲ ਉਹ ਕੀ ਪੀ ਕੇ ਖੇਡਦੇ ਜੇ ਤੇ ਪਨਿਸ਼ਮੈਂਟਾਂ ਕਰਦੇ ਕਰਵਾਉਂਦੇ ਨੇ, ਤੇ कोई लित्र अपने पिछवाड़े ते मरवांदा है पिया, कोई मूँह काले करदा है पिया, कोई डांस करदा है पिया, कोई पुट्ठे पुट्ठे काम। ਉਹਨੂੰ मैं कुरान दी इसना जोड़ दियां ते मसला लैके आ जावां कि जायज़ है भाई, तुसीं दसो ये सारे मेरे गर्विदा होणगे कि नहीं। उन्होंने दलील के तौर पर मैनू पेश करना। ये सारे पैंतरे सानू हुंदे ने, सिर्फ अल्लाह रसूल को डर लगता है, कोई मुश्किल नहीं। जनाब मसले फेरी जाओ, आसमान थले करो, जमीन उत्ते लै जाओ, वेखी जाएगी। सफेद नूं स्याह कर दो, स्याह नूं सफेद कर दो, तुहानूं दुनिया च किन्ने पुछना। तुहानूं ज़्यादा तो ज़्यादा कहणगे मोटिवेशनल स्पीकर ये मोटिवेशनल स्पीकर साहब ने, ये की तरीका है जी। उन्हें तुहाडे दीन दा बेड़ा गर्क कर दिता, तुसीं उहनूं मोटिवेशनल स्पीकर बना छड़े। पागल दिओ पुत्रो, कोई अकल दे नूं लवो। बड़े सख्त हालात आ गए ने। मैं सरकार दे दर ते बैठा होना ते मैं कोई उत्थे जाके चुप करके बैठा रहना, और कोई मेरा काम नहीं सी हुंदा। ते ओही गल सरकार नाल हो रही हुंदी सी कि सरकार की बंदा पे तुहाडे दीन दा बेड़ा गर्क कर छड़े इन्हां लोकां नूं।
ਵੇਖੋ ਸਹੀ ਸਰਕਾਰ ਪੂਰੇ ਦਿਨ ਚ ਜਿਹੜੇ ਮੁਨਾਜ਼ਰੇ ਮੇਰੇ ਹੋਏ ਹੋਣੇ, ਫਿਰ ਸਰਕਾਰ ਨੂੰ ਰਾਤ ਨੂੰ ਜਾ ਕੇ ਮੈਂ ਦੱਸਣਾ ਐਖੋ ਇੰਜ ਦਾ ਬਗੈਰਤ ਨਾਲ ਅੱਜ ਮੈਂ ਗੱਲ ਕਰਕੇ ਆਇਆ। ਬਸ ਇੰਜ ਹੀ ਹੈ ਯਾਰ, ਕੀ ਕਰੀਏ। ਬਸ ਸਭ ਉਹ ਦੁਨਿਆਵੀ ਚੀਜ਼ਾਂ 'ਚ ਪੈ ਗਏ। ਵਾਲੇਕੁਮ ਅਸਲਾਮ। ਅੱਛਾ ਯਾਰ, ਗੱਲ ਸਾਡੀ ਕੁਝ ਹੋਰ ਹੋਣੀ ਸੀ ਤੇ ਗੱਲ ਕਿਧਰੇ ਹੋਰ ਹੀ ਨਿਕਲ ਗਈ, ਤੇ ਮੈਨੂੰ ਇਜਾਜ਼ਤ ਦਿਓ, ਤੁਸੀਂ ਬੈਠੋ। ਬਸ ਇਹੋ ਹੀ ਪੈਗਾਮ ਹੈ, ਆਖਰੀ ਤੇ ਪਹਿਲਾ ਇਹੋ ਹੀ ਹੈ, ਖਾਲਸ ਹੋ ਜਾਓ ਯਾਰ ਸਾਰੇ, ਖਾਲਸ, ਮੁਨਾਫਕਤ ਛੱਡ ਦਿਓ, ਖਾਲਸ ਹੋ ਕੇ ਅੱਲਾਹ ਰਸੂਲ ਦਾ ਕੰਮ ਕਰੋ। ਬਸ ਸਿਰਫ ਇਹ ਇਖਲਾਸ ਇੱਕ ਆ ਜੇ ਤੁਹਾਡਾ, ਅੱਲਾਹ ਰਸੂਲ ਵਾਸਤੇ ਜਦੋਂ ਕਰੋਗੇ ਨਾ ਫਿਰ ਖੈਰ ਹੀ ਖੈਰ ਹੋਈ। ਤੇ ਜੇ ਬੰਦਿਆਂ ਨੂੰ ਰਾਜ਼ੀ ਕਰਨ ਵਾਸਤੇ ਤੇ ਬੰਦਿਆਂ ਵਾਸਤੇ ਕਰੋਗੇ ਫਿਰ ਉਹ ਮੁਨਾਫਕਤ ਹੈ, ਉਹ ਫਿਰ ਕੰਮ ਕੁਝ ਹੋਰ ਹੈ, ਉਹ ਫਿਰ ਅੱਲਾਹ ਰਸੂਲ ਦਾ ਨਹੀਂ ਹੈ ਉਹ ਕੰਮ। ਤੇ ਮੈਂ ਇਜਾਜ਼ਤ ਚਾਹੁੰਦਾ ਹਾਂ, ਆਪ ਸਭ ਦਾ ਪਿਆਰ ਮੁਹੱਬਤਾਂ ਦਾ ਸ਼ੁਕਰੀਆ ਗੁਜਰ ਭਾਈ, ਸ਼ੁਕਰੀਆ ਭਾਈ। ਤੇ ਖਤਮ ਨਬੂਵਤ ਦਾ ਕੰਮ ਕਰਿਆ ਕਰੋ, ਹਜ਼ੂਰ ਦੀ ਇੱਜ਼ਤ ਦੀ ਹਿਫਾਜ਼ਤ। ਤੇ ਅੱਛਾ, ਖਤਮ ਨਬੂਵਤ ਦਾ ਕੰਮ ਸਿਰਫ ਇਹ ਹੀ ਨਹੀਂ ਕਿ ਭਾਈ ਜਿੰਨੇ ਨਬੂਵਤ ਦਾ ਡਾਕਾ ਮਾਰਿਆ ਤੁਸੀਂ ਉਹਨੂੰ ਹੀ ਫੜਦੇ ਰਹੋ, ਨਹੀਂ, ਉਹਨਾਂ ਦੇ ਗੁਲਾਮਾਂ ਦੀ ਇੱਜ਼ਤਾਂ ਦੀ ਹਿਫਾਜ਼ਤ ਵਿੱਚ ਹੀ ਹੁੰਦਾ ਹੈ, ਉਹ ਵੀ ਖਤਮ ਨਬੂਵਤ ਹੀ ਹੈ। ਹਾਂ, ਸਭ ਅੱਲਾ ਵਾਲਿਆਂ ਦੇ ਸਾਹਮਣੇ ਸਿਰ ਝੁਕਾ ਦਿਓ ਆਪਣੇ, ਸਰੇ ਤਸਲੀਮੇ ਖਮ, ਇੰਜ ਸਿਰ ਸੁੱਟ ਕੇ ਰਹਿਣਾ। ਅੱਲਾ ਦੇ ਬੰਦਿਆਂ ਦੇ ਅੱਗੇ ਸਿਰ ਨਹੀਂ ਚੁੱਕੀ ਦੇ ਹੁੰਦੇ। ऐ जाहिद किसी रिंद को निगाहे कम से ना देख, क्या खबर उस करीम को तू है कि वो पसंद। रब रखा। अस्सलाम वालेकुम वरहमतुल्लाह। ਵਾਲੇਕੁਮ ਅਸਲਾਮ। ਰੱਬ ਰੱਖੇ ਸ਼ਾਹ ਸਾਹਿਬ। ਭੋਲਾ ਭਾਈ, ਜਿਹੜੀ ਤੁਸੀਂ ਭੈਣ ਪੇਸ਼ ਕਰਨੀ ਹੈ ਉੱਤੇ ਆ ਕੇ ਕਰ ਲਓ, ਕੋਈ ਨਹੀਂ, ਇੱਥੇ 5-6 ਬੈਠੇ ਆ, ਲੈ ਲੋਗੇ, ਕੋਈ ਨਾ ਕੋਈ ਰਿਸ਼ਤਾ ਲੈ ਲਵੇਗਾ, ਉੱਤੇ ਆ ਕੇ ਕਰੋ।